ਹੈਲੋ ਸਟੂਡੈਂਟਸ, ਕਲਾਸ 12th ਇਨਵਾਇਰਮੈਂਟਲ ਐਜੂਕੇਸ਼ਨ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟੇ ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਬੇਟੇ ਅੱਜ ਅਸੀਂ ਇਨਵਾਇਰਮੈਂਟਲ ਐਜੂਕੇਸ਼ਨ ਦੇ ਯੂਨਿਟ 1 ਦਾ 3rd ਚੈਪਟਰ ਸਟਾਰਟ ਕਰਨ ਲੱਗੇ ਹਾਂ। ਜੈਵਿਕ ਵਿਭਿੰਨਤਾ ਦਾ ਘਟਨਾ, ਇਸ ਦੀ ਸਾਂਭ ਸੰਭਾਲ ਲਈ ਨੀਤੀਆਂ ਅਤੇ ਜੰਗਲੀ ਜੀਵਨ। ਇਸ ਤੋਂ ਪਹਿਲਾਂ ਅਸੀਂ ਜਿਹੜੇ 2 ਚੈਪਟਰਸ ਕੀਤੇ ਨੇ ਜੈਵਿਕ ਵਿਭਿੰਨਤਾ ਬਾਰੇ, ਅਸੀਂ ਹੁਣ ਪੂਰੀ ਤਰ੍ਹਾਂ ਦੇ ਨਾਲ ਜਾਣੂ ਹੋ ਚੁੱਕੇ ਹਾਂ ਕਿ ਜੈਵਿਕ ਵਿਭਿੰਨਤਾ ਕੀ ਹੈ, ਜੈਵਿਕ ਵਿਭਿੰਨਤਾ ਦੇ ਮਾਨਵ ਨੂੰ ਕੀ ਲਾਭ ਨੇ, ਜੈਵਿਕ ਵਿਭਿੰਨਤਾ ਸਾਡੇ ਵਾਤਾਵਰਣ ਵਾਸਤੇ ਕਿੰਨੀ ਜ਼ਿਆਦਾ ਮਹੱਤਵਪੂਰਨ ਹੈ। ਅੱਜ ਦੇ ਟੌਪਿਕ ਵਿੱਚ ਅਸੀਂ ਕਰਨਾ ਹੈ ਕਿ ਜੈਵਿਕ ਵਿਭਿੰਨਤਾ ਘਟ ਰਹੀ ਹੈ, ਇਸ ਦੇ ਕੀ ਕਾਰਨ ਨੇ, ਇਸ ਦੀ ਕਿਵੇਂ ਸਾਂਭ ਸੰਭਾਲ ਕੀਤੀ ਜਾਵੇ, ਕਿਹੜੀਆਂ ਨੀਤੀਆਂ ਘੜੀਆਂ ਜਾਣ ਤਾਂ ਕਿ ਜੰਗਲੀ ਜੀਵਨ ਨੂੰ ਅਸੀਂ ਬਚਾ ਸਕੀਏ। ਸੋ ਬੇਟੇ, ਜੈਵਿਕ ਵਿਭਿੰਨਤਾ ਦਾ ਘਟਨਾ ਇੱਕ ਕੁਦਰਤੀ ਵਰਤਾਰਾ ਵੀ ਹੈ। ਸਦੀਆਂ ਤੋਂ ਜਿਹੜੇ ਜੰਗਲੀ ਜਾਨਵਰ ਨੇ ਜਾਂ ਸਜੀਵ, ਕੋਈ ਵੀ ਜੀਵ ਜੰਤੂ ਅਸੀਂ ਲੈ ਲਈਏ, ਕੁਦਰਤੀ ਤੌਰ 'ਤੇ ਉਹ ਸਦੀਆਂ ਤੋਂ ਹੀ ਉਹਨਾਂ ਦੀਆਂ ਕੁਝ ਜਾਤੀਆਂ ਅਲੋਪ ਹੁੰਦੀਆਂ ਆ ਰਹੀਆਂ ਹਨ। ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜੀਆਂ ਜਾਤੀਆਂ ਆਪਣੇ ਆਪ ਨੂੰ ਵਾਤਾਵਰਣ ਦੇ ਹਿਸਾਬ ਨਾਲ ਅਨੁਕੂਲ ਨਹੀਂ ਕਰ ਪਾਉਂਦੀਆਂ, ਕੁਦਰਤ ਉਹਨਾਂ ਦੀ ਚੋਣ ਨਹੀਂ ਕਰਦੀ, ਉਹਨਾਂ ਦੀ ਜਗ੍ਹਾ 'ਤੇ ਕੁਦਰਤ ਉਹਨਾਂ ਦੀ ਚੋਣ ਕਰਦੀ ਹੈ। ਨੇਚਰ ਸਿਲੈਕਟ ਦੋਜ਼ organisms which can adapt themselves in a better way to the environment, ਜੋ ਆਪਣੇ ਆਪ ਨੂੰ ਵਾਤਾਵਰਣ ਦੇ ਅਕੋਰਡਿੰਗਲੀ ਅੱਛੇ ਤਰੀਕੇ ਦੇ ਨਾਲ ਢਾਲ ਲੈਂਦੇ ਨੇ, ਕੁਦਰਤ ਉਹਨਾਂ ਨੂੰ ਚੁਣ ਲੈਂਦੀ ਹੈ। ਠੀਕ ਹੈ, ਲੇਕਿਨ ਅੱਜ ਜਿਹੜੀ ਜਾਤੀਆਂ, ਸਜੀਵਾਂ ਦੀਆਂ ਜਾਤੀਆਂ, ਚਾਹੇ ਉਹ ਜੰਤੂ ਨੇ, ਚਾਹੇ ਉਹ ਪੌਦੇ ਨੇ, ਉਹ ਇਸ ਧਰਤੀ ਦੇ ਉੱਤੋਂ ਘਟਦੇ ਜਾ ਰਹੇ ਨੇ। ਉਸ ਦਾ ਕਾਰਨ ਹੈ ਮਾਨਵ ਦੀਆਂ ਕੁਝ ਐਸੀਆਂ, ਮਨੁੱਖ ਦੀਆਂ ਕੁਝ ਐਸੀਆਂ ਗਤੀਵਿਧੀਆਂ, ਮਾਨਵ ਨਿਰਮਿਤ ਅਲੋਪ ਹੋਣਾ ਕਹਿੰਦੇ ਹਨ ਉਸ ਨੂੰ। ਅਗਰ ਸਜੀਵ ਮਾਨਵ ਨਿਰਮਿਤ ਗਤੀਵਿਧੀਆਂ ਕਰਕੇ ਅਲੋਪ ਹੋ ਰਹੇ ਨੇ ਤਾਂ ਅਸੀਂ ਕਹਾਂਗੇ ਇਹ ਐਂਥਰੋਪੋਜੈਨਿਕ ਐਕਸਟਿੰਕਸ਼ਨ ਹੈ। ਠੀਕ ਹੈ, ਹੁਣ ਅੱਜ ਜਿਹੜੇ ਜੀਵ ਜੰਤੂ ਅਲੋਪ ਹੋ ਰਹੇ ਨੇ, ਉਹਨਾਂ ਦੀ ਜਿਹੜੀ ਅਲੋਪ ਹੋਣ ਦੀ ਗਤੀ ਹੈ ਉਹ ਕੁਦਰਤੀ ਅਲੋਪ ਤੋਂ 10,000 ਗੁਣਾ ਤੇਜ਼ੀ ਨਾਲ ਜਿਹੜਾ ਹੈ ਉਹਨਾਂ ਦੀ ਅਲੋਪ ਹੋਣਾ ਜਾਰੀ ਹੈ। ਔਰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 20, 30, 50 ਸਾਲਾਂ ਦੇ ਵਿੱਚ ਇਸ ਧਰਤੀ ਤੋਂ 50% ਜਾਤੀਆਂ ਨੇ ਜਿਹੜੀਆਂ ਸਜੀਵਾਂ ਦੀਆਂ, ਉਹ ਗਾਇਬ ਹੋ ਸਕਦੀਆਂ ਹਨ। ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਬਾਰੇ ਹੁਣ ਗਹਿਨ ਚਿੰਤਨ ਕਰਨ ਦੀ ਜ਼ਰੂਰਤ ਹੈ। ਆਓ ਹੁਣ ਅਸੀਂ ਦੇਖਦੇ ਹਾਂ ਕਿ ਇਹ ਜਿਹੜੀਆਂ ਜਾਤੀਆਂ ਨੇ, ਇਹਨਾਂ ਦੇ ਘਟਣ ਦਾ ਸਭ ਤੋਂ ਮੁੱਖ ਕਾਰਨ ਕੀ ਹੈ। ਜੀਵ ਜੰਤੂਆਂ ਦੇ ਅਲੋਪ ਹੋਣ ਦਾ ਇਸ ਪਲੈਨਟ ਤੋਂ ਕੀ ਕਾਰਨ ਹੈ? ਸਭ ਤੋਂ ਵੱਡਾ ਕਾਰਨ ਹੈ ਬੇਟੇ ਜਿਹੜਾ ਨਿਵਾਸ ਸਥਾਨ ਦਾ ਖੰਡਿਤ ਹੋਣਾ ਜਾਂ ਨਿਵਾਸ ਸਥਾਨ ਦਾ ਨਸ਼ਟ ਹੋਣਾ। ਬਹੁਤ ਨੈਚੁਰਲ ਗੱਲ ਹੈ ਕਿ ਅਗਰ ਜਿੱਥੇ ਕੋਈ ਜੀਵ ਜੰਤੂ ਰਹਿੰਦਾ ਹੈ, ਅਸੀਂ ਅਗਰ ਉਸ ਦੇ ਨਿਵਾਸ ਸਥਾਨ ਨੂੰ ਹੀ ਖਤਮ ਕਰ ਦਿਆਂਗੇ ਤਾਂ ਆਟੋਮੈਟਿਕਲੀ ਉਹ ਜੀਵ ਜੰਤੂ ਹੈ ਉੱਥੋਂ ਆਪਣੇ ਆਪ ਹੀ ਖਤਮ ਹੋ ਜਾਏਗਾ, ਉੱਥੋਂ ਅਲੋਪ ਹੋ ਜਾਏਗਾ। ਹੁਣ ਤੁਸੀਂ ਚਿੱਤਰ ਦੇ ਵਿੱਚ ਵੀ ਦੇਖ ਰਹੇ ਹੋ, ਸਲਾਈਡ ਦੇ ਵਿੱਚ ਦੇਖ ਰਹੇ ਹੋ ਕਿ ਕਿੱਡਾ ਵੱਡਾ ਜੰਗਲੀ ਖੇਤਰ ਹੈ ਜਿੱਥੋਂ ਸਾਰੇ ਦੇ ਸਾਰੇ ਦਰਖਤ ਨੇ ਜਿਹੜੇ ਉਹ ਕੱਟ ਦਿੱਤੇ ਨੇ। ਮੇਬੀ ਇੱਥੇ ਕੋਈ ਉਸਾਰੀ ਕਰਨੀ ਹੋਵੇ ਜਾਂ ਇੱਥੇ ਲੱਕੜੀ ਚਾਹੀਦੀ ਹੋਵੇ ਤਾਂ ਕਰਕੇ ਜੰਗਲਾਂ ਨੂੰ ਕੱਟ ਦਿੱਤਾ ਗਿਆ। ਠੀਕ ਹੈ, ਜਾਂ ਇੱਥੇ ਕੁਝ ਸਜਾਵਟੀ ਪੌਦੇ ਲਗਾਉਣੇ ਹੋਣਗੇ। ਕੋਈ ਵੀ ਇੱਥੇ ਕੰਮ ਹੈ ਜਿਹੜਾ ਮਾਨਵ ਨੇ ਨਿਰਮਿਤ ਕਰਨਾ ਹੈ, ਮਨੁੱਖ ਨੇ ਨਿਰਮਿਤ ਕਰਨਾ ਹੈ, ਉਹਦੇ ਕਰਕੇ ਜਿਹੜਾ ਜੰਤੂਆਂ ਦਾ, ਜੰਗਲੀ ਜੰਤੂਆਂ ਦਾ ਨਿਵਾਸ ਸਥਾਨ ਹੈ ਉਹ ਨਸ਼ਟ ਕਰ ਦਿੱਤਾ ਗਿਆ। ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਜੀਵ ਜੰਤੂ ਨੇ ਕਿਸ ਤਰ੍ਹਾਂ ਅਸਹਾਏ ਹੋ ਕੇ ਆਪਣੇ ਨਿਵਾਸ ਸਥਾਨ ਨੂੰ ਨਸ਼ਟ ਹੁੰਦਾ ਦੇਖ ਰਹੇ ਨੇ। ਠੀਕ ਹੈ, ਸੋ ਸਭ ਤੋਂ ਵੱਡਾ ਕਾਰਨ ਨਿਵਾਸ ਸਥਾਨ ਦਾ ਨਸ਼ਟ ਹੋਣਾ। ਦੂਸਰਾ ਕਾਰਨ ਹੈ ਖੰਡਿਤ ਹੋਣਾ। ਹੁਣ ਖੰਡਿਤ ਹੋਣ ਦਾ ਮਤਲਬ ਹੈ ਕਿ ਅਗਰ ਬਹੁਤ ਵੱਡੇ ਜੰਗਲ ਨੇ, ਅਸੀਂ ਉਹਨਾਂ ਦੇ ਵਿੱਚੋਂ ਕੁਝ ਏਰੀਆ ਜਿਹੜਾ ਆਪਣੇ ਯੂਜ਼ ਵਾਸਤੇ ਉਸ ਨੂੰ ਵਰਤਣ ਲੱਗ ਜਾਈਏ ਤਾਂ ਜਿਹੜੇ ਜੀਵ ਜੰਤੂ ਨੇ ਉਹਨਾਂ ਦਾ ਨਿਵਾਸ ਸਥਾਨ ਹੈ ਛੋਟਾ ਪੈ ਜਾਏਗਾ। ਛੋਟੇ ਨਿਵਾਸ ਸਥਾਨ ਦੇ ਵਿੱਚ ਉਹ ਆਪਣੇ ਆਪ ਨੂੰ ਅਨੁਕੂਲ ਨਹੀਂ ਕਰ ਪਾਉਣਗੇ ਔਰ ਇਸ ਤਰ੍ਹਾਂ ਉਹਨਾਂ ਦੀਆਂ ਜਾਤੀਆਂ ਨੇ ਜਿਹੜੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਬੇਟੇ ਮੈਂ ਇੱਥੇ ਤੁਹਾਨੂੰ ਐਗਜ਼ਾਮਪਲ ਦਿਆਂ, ਐਮਾਜ਼ੋਨ ਫੋਰੈਸਟ, ਐਮਾਜ਼ੋਨ ਦੇ ਜੰਗਲ, ਜਿਨ੍ਹਾਂ ਨੂੰ ਲੰਗਸ ਆਫ ਦਾ ਪਲੈਨਟ ਕਿਹਾ ਜਾਂਦਾ ਹੈ, ਇਸ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ।
ਔਰ ਅਗਰ ਸਾਨੂੰ ਪਤਾ ਸਾਡੇ ਸਰੀਰ ਦੇ ਵਿੱਚ ਫੇਫੜਿਆਂ ਦਾ ਕਿੰਨਾ ਮਹੱਤਵਪੂਰਨ ਕੰਮ ਹੈ, ਫੇਫੜੇ ਦੇ ਨਾਲ ਅਸੀਂ ਸਾਹ ਲੈਂਦੇ ਹਾਂ, ਔਰ ਅਗਰ ਫੇਫੜੇ ਹੀ ਖਰਾਬ ਹੋ ਜਾਣਗੇ ਤਾਂ ਅਸੀਂ ਸਾਹ ਕਿੱਦਾਂ ਲਵਾਂਗੇ। ਔਰ ਧਰਤੀ ਦੇ ਫੇਫੜੇ ਨੇ ਜਿਹੜੇ ਲਗਾਤਾਰ ਖਰਾਬ ਹੋ ਰਹੇ ਨੇ। ਐਮਾਜ਼ੋਨ ਦੇ ਜੰਗਲਾਂ ਨੂੰ ਖੰਡਿਤ ਕੀਤਾ ਜਾ ਰਿਹਾ, ਉਹਨਾਂ ਨੂੰ ਕੱਟ ਕੇ ਉੱਥੇ ਜਿਹੜੇ ਨੇ ਇੰਡਸਟਰੀਜ਼ ਲਾਈਆਂ ਜਾ ਰਹੀਆਂ ਨੇ, ਲੱਕੜ ਨੂੰ ਇਮਾਰਤੀ ਸਮਾਨ ਵਜੋਂ ਜਿਹੜਾ ਹੈ ਵਰਤਿਆ ਜਾ ਰਿਹਾ ਹੈ। ਸੋ ਲੰਗਸ ਆਫ ਪਲੈਨਟ ਨੇ ਜਿਹੜੇ ਉਹ ਵੀ ਅੱਜ ਖਤਰੇ ਵਿੱਚ ਪੈਂਦੇ ਜਾ ਰਹੇ ਨੇ ਨਿਵਾਸ ਸਥਾਨ ਦੇ ਖੰਡਿਤ ਹੋਣ ਕਰਕੇ। ਹੁਣ ਡੈਮ ਬਣ ਰਹੇ ਨੇ, ਜਿਵੇਂ ਜਿਵੇਂ ਪਾਪੂਲੇਸ਼ਨ ਵੱਧ ਰਹੀ ਹੈ, ਡਿਮਾਂਡ ਵੱਧ ਰਹੀ ਹੈ, ਰੇਲਵੇ ਲਾਈਨਸ ਥਾਂ ਥਾਂ 'ਤੇ ਪੈ ਰਹੀਆਂ ਨੇ। ਰੇਲਵੇ ਲਾਈਨਸ ਜੰਗਲਾਂ ਨੂੰ ਕੱਟ ਕੇ ਵੀ ਰੇਲਵੇ ਲਾਈਨਸ ਵਿਛਾਈਆਂ ਜਾ ਰਹੀਆਂ ਨੇ। ਸੋ ਜੰਗਲ ਕੱਟ ਰਹੇ ਨੇ, ਜੰਗਲ ਖੰਡਿਤ ਹੋ ਰਹੇ ਨੇ। ਉੱਥੋਂ ਦੇ ਰਹਿਣ ਵਾਲੇ ਜੀਵ ਜੰਤੂ ਨੇ, ਉਹਨਾਂ ਨੂੰ ਆਪਣਾ ਨਿਵਾਸ ਸਥਾਨ ਛੋਟਾ ਲੱਗੇਗਾ, ਸੋ ਉੱਥੋਂ ਸ਼ਿਫਟ ਹੋ ਜਾਣਗੇ। ਜੇ ਸ਼ਿਫਟ ਨਹੀਂ ਹੋ ਸਕੇ ਤਾਂ ਆਪਣੇ ਆਪ ਨੂੰ ਅਨੁਕੂਲ ਨਹੀਂ ਕਰ ਪਾਉਣਗੇ, ਔਰ ਫਿਰ ਉਹ ਹੌਲੀ ਹੌਲੀ ਜਿਹੜੇ ਉਹਨਾਂ ਦੀਆਂ ਜਾਤੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਲੋੜ ਤੋਂ ਵੱਧ ਵਰਤੋਂ। ਬੇਟੇ ਪਾਪੂਲੇਸ਼ਨ ਹੈ ਜਿਹੜੀ ਬੰਬ ਦੇ ਧਮਾਕੇ ਦੀ ਤਰ੍ਹਾਂ ਵੱਧ ਰਹੀ ਹੈ। ਅਸੀਂ ਇੰਡੀਆ ਦੀ ਗੱਲ ਕਰੀਏ, ਭਾਵੇਂ ਪੂਰੇ ਦੇਸ਼ ਦੀ ਗੱਲ ਕਰੀਏ, ਹਰ ਪਾਸੇ ਜਿਹੜਾ ਹੈ ਪਾਪੂਲੇਸ਼ਨ ਐਕਸਪਲੋਜਨ ਹੋ ਰਿਹਾ ਹੈ। ਲੇਕਿਨ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਪਾਣੀ ਹੈ, ਜੰਗਲ ਹੈ, ਠੀਕ ਹੈ, ਸ਼ੁੱਧ ਹਵਾ ਹੈ, ਇਹ ਘਟਦੀ ਜਾ ਰਹੀ ਹੈ ਔਰ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ। ਸੋ ਜਿੰਨੀ ਪਾਪੂਲੇਸ਼ਨ ਵੱਧ ਰਹੀ ਹੈ, ਉਹ ਕੁਦਰਤੀ ਸਰੋਤਾਂ ਦੀ ਉਨੀ ਐਕਸਪਲੋਇਟੇਸ਼ਨ ਕਰ ਰਹੇ ਨੇ। ਵੱਧ ਤੋਂ ਵੱਧ ਲੱਕੜੀ ਚਾਹੀਦੀ ਹੈ, ਜੰਗਲ ਕੱਟੇ ਜਾ ਰਹੇ ਨੇ। ਪਾਣੀ ਚਾਹੀਦਾ ਹੈ, ਸੋ ਜਿਹੜਾ ਕੁਦਰਤੀ ਪਾਣੀ ਹੈ ਉਹ ਘਟਦਾ ਜਾ ਰਿਹਾ। ਭੂਮੀ ਵਾਸਤੇ, ਖੇਤੀਬਾੜੀ ਵਾਸਤੇ ਭੂਮੀ ਜ਼ਿਆਦਾ ਚਾਹੀਦੀ ਹੈ, ਫਸਲ ਜ਼ਿਆਦਾ ਚਾਹੀਦੀ ਹੈ, ਕੀਟਨਾਸ਼ਕਾਂ ਦਾ ਛਿੜਕਾਓ ਜ਼ਿਆਦਾ ਹੋ ਰਿਹਾ ਤਾਂ ਕਿ ਫਸਲ ਦਾ ਝਾੜ ਵੱਧ ਨਿਕਲੇ। ਸੋ ਇਹ ਸਾਰੀਆਂ ਚੀਜ਼ਾਂ ਕੀ ਨੇ? ਲੋੜ ਤੋਂ ਵੱਧ ਵਰਤੋਂ। ਹਰ ਇੱਕ ਕੁਦਰਤੀ ਸਰੋਤ ਦੀ ਲੋੜ ਤੋਂ ਵੱਧ ਵਰਤੋਂ ਹੋਏਗੀ, ਉਹ ਕੁਦਰਤੀ ਸਰੋਤ ਆਟੋਮੈਟਿਕਲੀ ਖਤਮ ਹੋਏਗਾ। ਅਗਰ ਉਹ ਜੰਗਲ ਨੇ, ਜੰਗਲ ਖਤਮ ਹੋਣਗੇ ਤਾਂ ਜੰਗਲੀ ਜੀਵਨ ਵੀ ਖਤਮ ਹੋਏਗਾ। ਜੰਗਲੀ ਜੀਵਨ ਖਤਮ ਹੋਏਗਾ ਤਾਂ ਅਸੀਂ ਇਸ ਟਾਈਮ ਸੋਚ ਰਹੇ ਹਾਂ ਕਿ ਜੰਗਲ ਵਿੱਚ ਰਹਿਣ ਵਾਲੇ ਅਗਰ ਜੀਵ ਜੰਤੂ ਖਤਮ ਹੋ ਗਏ, ਸਾਨੂੰ ਕੋਈ ਫਰਕ ਨਹੀਂ ਪਏਗਾ, ਤਾਂ ਅਸੀਂ ਬਹੁਤ ਭੁਲੇਖੇ ਵਿੱਚ ਹਾਂ। ਸਾਡੀ ਐਗਜ਼ਿਸਟੈਂਸ ਹੈ ਜਿਹੜੀ ਉਹ ਵੀ ਨਾਲ ਦੀ ਨਾਲ ਖਤਰੇ ਵਿੱਚ ਆ ਸਕਦੀ ਹੈ, ਕਿਉਂਕਿ ਪਿਛਲੇ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਜੀਵ ਜੰਤੂ ਆਪਸ ਦੇ ਵਿੱਚ ਅੰਤਰ ਕਿਰਿਆ ਕਰਕੇ ਹੀ ਇੱਕ ਇਸ ਸਿਸਟਮ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਰਹਿੰਦੇ ਨੇ, ਤਾਂ ਹੀ ਜਿਹੜੀ ਹੈ ਹਰ ਇੱਕ ਦੀ ਜਿਹੜੀ ਲਾਈਫ ਹੈ ਉਹ ਐਗਜ਼ਿਸਟ ਕਰ ਰਹੀ ਹੈ। ਕੁਦਰਤੀ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਦੇ ਕਰਕੇ ਬੇਟੇ ਕੁਝ ਜਿਹੜੇ ਜੀਵ ਜੰਤੂ ਨੇ ਉਹ ਇਸ ਧਰਤੀ ਤੋਂ ਆਲਰੇਡੀ ਅਲੋਪ ਹੋ ਚੁੱਕੇ ਨੇ, ਗਾਇਬ ਹੋ ਚੁੱਕੇ ਨੇ, ਐਕਸਟਿੰਕਟ ਹੋ ਚੁੱਕੇ ਨੇ। ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਤੁਹਾਨੂੰ ਡੋਡੋ ਦੀ ਐਗਜ਼ਾਮਪਲ ਦਿੱਤੀ ਸੀ। ਮੌਰੀਸ਼ੀਅਸ ਦੇ ਜੰਗਲਾਂ ਦੇ ਵਿੱਚ ਇਹ ਬਰਡ ਸੀਗਾ ਔਰ ਕੋਲਾਵਾਰੀ ਟਰੀ ਦੇ ਸੀਡਸ ਖਾਂਦਾ ਸੀ। ਉਹ ਸੀਡਸ ਜਦੋਂ ਇਹਦੇ ਮੱਲ ਵਿੱਚੋਂ ਬਾਹਰ ਨਿਕਲਦੇ ਸੀ ਉਹ ਤਾਂ ਹੀ ਗਰੋ ਕਰ ਸਕਦੇ ਸੀ। ਹੁਣ ਡੋਡੋ ਨਹੀਂ ਹੈ ਤਾਂ ਕੋਲਾਵਾਰੀ ਟਰੀ ਹੈ ਜਿਹੜਾ ਉਹ ਵੀ ਐਕਸਟਿੰਕਟ ਹੁੰਦਾ ਜਾ ਰਿਹਾ। ਅਫਰੀਕਾ ਦਾ ਜ਼ੀਬਰਾ, ਤਸਮੀਨੀਆ ਦਾ ਭੇੜੀਆ, ਠੀਕ ਹੈ, ਆਸਟ੍ਰੇਲੀਆ ਦਾ ਇੱਕ ਜੰਤੂ ਹੈ, ਇਹ ਸਾਰੇ ਹੁਣ ਅਲੋਪ ਹੋ ਚੁੱਕੇ ਨੇ। ਕਾਰਨ ਅਸੀਂ ਇਹਨਾਂ ਦੇ ਕੁਦਰਤੀ ਨਿਵਾਸ ਸਥਾਨ ਨੇ ਜਿਹੜੇ ਉਹ ਨਸ਼ਟ ਕਰ ਦਿੱਤੇ ਨੇ। ਅਸੀਂ ਇਹਨਾਂ ਦਾ ਸ਼ਿਕਾਰ ਕਰਨਾ ਬਹੁਤ ਸ਼ੁਰੂ ਕਰ ਦਿੱਤਾ ਸੀ। ਸੋ ਬੇਟੇ ਇਹ ਦੇਖੋ, ਤੁਹਾਨੂੰ ਮੈਂ ਫੋਟੋਗ੍ਰਾਫ ਦਿਖਾਉਂਦੀ ਹਾਂ। ਇਹ ਡੋਡੋ ਦੀ ਫੋਟੋ ਹੈ, ਅਲੋਪ ਹੋ ਚੁੱਕੀ ਹੈ। ਸਮੁੰਦਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੱਛੀਆਂ ਐਸੀਆਂ ਰਹਿਣ ਵਾਲੀਆਂ ਨੇ ਜਿਹੜੀਆਂ ਕਿ ਸਮੁੰਦਰੀ ਪਾਣੀ ਦੇ ਪ੍ਰਦੂਸ਼ਣ ਦੇ ਨਾਲ ਉਹਨਾਂ ਦੀਆਂ ਜਾਤੀਆਂ ਅਲੋਪ ਹੋ ਗਈਆਂ। ਇਹ ਆਸਟ੍ਰੇਲੀਆ ਦੇ ਵਿੱਚ ਤਸਮੀਨੀਅਨ ਭੇੜੀਆ ਹੈ, ਇਹ ਅਫਰੀਕਾ ਦਾ ਜ਼ੀਬਰਾ ਹੈ। ਇਸ ਟਾਈਮ ਇਹ ਤੁਹਾਨੂੰ ਨਹੀਂ ਮਿਲ ਸਕਦੇ ਇਸ ਪਲੈਨਟ ਦੇ ਉੱਤੇ, ਕਿਤੇ ਵੀ ਧਰਤੀ ਦੇ ਕੋਨੇ ਵਿੱਚ ਨਹੀਂ ਨੇ, ਕਿਉਂਕਿ ਇਹ ਅਲੋਪ ਹੋ ਚੁੱਕੇ ਨੇ। ਠੀਕ ਹੈ, ਹੁਣ ਅਸੀਂ ਕਰਦੇ ਹਾਂ ਪ੍ਰਦੂਸ਼ਣ ਕਰਕੇ ਵੀ, ਭਾਵੇਂ ਕੁਦਰਤੀ ਪ੍ਰਦੂਸ਼ਣ ਹੋ ਰਿਹਾ, ਸਪੋਜ਼ ਜੰਗਲਾਂ ਦੇ ਵਿੱਚ ਆਪਣੇ ਆਪ ਅੱਗ ਲੱਗ ਰਹੀ ਹੈ ਤਾਂ ਅਸੀਂ ਕਹਾਂਗੇ ਕੁਦਰਤੀ ਵਰਤਾਰਾ ਹੈ, ਉਹਦੇ ਕਰਕੇ ਜੰਗਲੀ ਜੀਵਨ ਹੈ ਜਿਹੜਾ ਨਸ਼ਟ ਹੋ ਸਕਦਾ ਹੈ। ਲੇਕਿਨ ਜੇ ਐਂਥਰੋਪੋਜੈਨਿਕ ਪ੍ਰਦੂਸ਼ਣ ਹੈ, ਅਸੀਂ ਵੱਧ ਤੋਂ ਹਵਾ ਪ੍ਰਦੂਸ਼ਿਤ ਕਰ ਰਹੇ ਹਾਂ, ਇੰਡਸਟਰੀਜ਼ ਦਾ ਧੂੰਆਂ ਹੈ, ਪਥਰਾਟ ਬਾਲਣ ਦੇ ਬਣਨ ਕਾਰਨ ਆਵਾਜਾਈ ਦੇ ਸਾਧਨ ਇੰਨੇ ਵੱਧ ਗਏ ਨੇ, ਹਵਾ ਪ੍ਰਦੂਸ਼ਣ ਹੋ ਰਿਹਾ ਹੈ, ਪੰਛੀ ਨੇ ਜਿਹੜੇ ਉਹਨਾਂ ਦੀਆਂ ਜਾਤੀਆਂ ਖਤਮ ਹੋ ਰਹੀਆਂ ਨੇ, ਪ੍ਰਦੂਸ਼ਣ ਕਰਕੇ ਪੇੜ ਪੌਦਿਆਂ ਦੀ ਗਰੋਥ ਦੇ ਵਿੱਚ ਵੀ ਇਫੈਕਟ ਹੋ ਰਿਹਾ। ਠੀਕ ਹੈ, ਸਮੁੰਦਰ ਦੇ ਵਿੱਚ ਜਹਾਜ਼ ਚੱਲਦੇ ਨੇ, ਉਹਨਾਂ ਦਾ ਤੇਲ ਕਈ ਵਾਰੀ ਰਿਸ ਜਾਂਦਾ ਹੈ, ਸਮੁੰਦਰ ਦੇ ਵਿੱਚ ਰਹਿਣ ਵਾਲੇ ਜਿਹੜੇ ਜੰਤੂ ਨੇ ਉਹ ਮਰ ਜਾਂਦੇ ਨੇ। ਹੁਣ ਇੱਥੇ ਉਹਨੇ ਐਗਜ਼ਾਮਪਲ ਦਿੱਤੀ, ਇੱਕ ਫੈਲਕਨ ਨਾਮ ਦਾ ਪੰਛੀ ਹੈ, ਉਹ ਮੱਛੀਆਂ ਖਾਂਦਾ ਹੈ, ਲੇਕਿਨ ਮੱਛੀਆਂ ਦੇ ਵਿੱਚ ਇੰਨੇ ਜ਼ਿਆਦਾ ਕੀਟਨਾਸ਼ਕ ਜਾ ਚੁੱਕੇ ਨੇ ਕਿ ਹੁਣ ਫੈਲਕਨ ਬਰਡ, ਇਹ ਬਰਡ ਫੈਲਕਨ ਬਰਡ ਹੈ, ਇਹਦੀ ਜਿਹੜੀ ਜਾਤੀ ਹੈ ਉਹ ਖਤਰੇ ਵਿੱਚ ਹੈ। ਪਾਣੀ ਦੇ ਵਿੱਚ ਲੈਡ ਇੰਨਾ ਜ਼ਿਆਦਾ ਘੁਲ ਗਿਆ ਕਿ ਜਿਹੜੀਆਂ ਬੱਤਖਾਂ ਨੇ ਇਹ ਵੀ ਘਟਦੀਆਂ ਜਾ ਰਹੀਆਂ ਨੇ। ਐਟਲਾਂਟਿਕ ਮਹਾਸਾਗਰ ਦੇ ਵਿੱਚ ਰਹਿਣ ਵਾਲਾ ਇਹ ਮੈਰੀਨ ਐਨੀਮਲ ਹੈ, ਸੀਲ, ਇੰਨੇ ਜ਼ਿਆਦਾ ਮਾਤਰਾ ਦੇ ਵਿੱਚ ਇਹ ਮਰ ਰਹੇ ਨੇ।
ਕਾਰਨ ਪ੍ਰਦੂਸ਼ਣ। ਪ੍ਰਦੂਸ਼ਣ ਦਾ ਕਾਰਨ ਮਨੁੱਖ ਇਹਨਾਂ ਸਰੋਤਾਂ ਦੀ ਲੋੜ ਤੋਂ ਵੱਧ ਅੰਧਾਧੁੰਦ ਵਰਤੋਂ ਕਰ ਰਹੇ, ਬਿਨਾਂ ਸੋਚੇ ਸਮਝੇ ਕਿ ਇਹ ਸਰੋਤ ਨੇ ਜਿਹੜੇ ਅਗਰ ਪ੍ਰਦੂਸ਼ਿਤ ਹੋ ਗਏ ਤਾਂ ਜਿਹੜੇ ਇਹ ਜਾਤੀ ਨੇ, ਜਿਹੜੇ ਜੀਵ ਜੰਤੂ ਨੇ, ਅਲੋਪ ਹੋ ਜਾਣਗੇ। ਇੱਕ ਹੋਰ ਕਾਰਨ ਹੈ ਬੇਟੇ ਜੈਵਿਕ ਵਿਭਿੰਨਤਾ ਦੇ ਘਟਣ ਦਾ, ਉਹ ਹੈ ਵਿਦੇਸ਼ੀ ਜਾਤੀਆਂ ਦੀ ਆਮਦ। ਇਸ ਦਾ ਕੀ ਮਤਲਬ ਹੈ ਕਿ ਅਸੀਂ ਕੋਈ ਬਾਹਰੋਂ ਕਿਸੇ ਹੋਰ ਕੰਟਰੀ 'ਚੋਂ ਕੋਈ ਪਲਾਂਟ ਲੈ ਕੇ ਆਏ, ਉਸ ਨੂੰ ਅਸੀਂ ਆਪਣੀ ਧਰਤੀ ਦੇ ਉੱਤੇ ਗਰੋ ਕੀਤਾ, ਬੇਸ਼ੱਕ ਗਰੋ ਹੋ ਗਿਆ, ਲੇਕਿਨ ਉਸ ਨੇ ਆਪਣੇ ਆਸ-ਪਾਸ ਦੀ ਸਾਰੀ ਮਿੱਟੀ ਨੂੰ ਪ੍ਰਦੂਸ਼ਿਤ ਕਰ ਦਿੱਤਾ। ਉਸ ਮਿੱਟੀ ਦਾ ਜਿਹੜਾ ਸਾਰਾ ਉਹਦੀ ਕੰਪੋਜੀਸ਼ਨ ਸੀ ਉਹ ਚੇਂਜ ਕਰ ਦਿੱਤੀ। ਹੁਣ ਉਸ ਮਿੱਟੀ ਦੇ ਉੱਤੇ, ਉਸ ਸੋਇਲ ਦੇ ਉੱਤੇ ਜਿਹੜੀਆਂ ਸਾਡੀਆਂ ਸਥਾਨਕ ਜਾਤੀਆਂ ਨੇ, ਜਿਹੜੇ ਸਾਡੇ ਸਥਾਨਕ ਪੌਦੇ ਨੇ, ਉਹ ਗਰੋ ਹੀ ਨਹੀਂ ਕਰ ਸਕਦੇ। तो ਇਹਨੂੰ ਅਸੀਂ ਕੀ ਕਹਾਂਗੇ, ਵਿਦੇਸ਼ੀ ਜਾਤੀਆਂ ਦੀ ਆਮਦ ਕਰਕੇ ਵੀ ਸਥਾਨਕ ਜਾਤੀਆਂ ਅਲੋਪ ਹੋ ਰਹੀਆਂ ਨੇ, ਕਿਉਂਕਿ ਉਹ ਭੋਜਨ ਲੜੀ ਨੂੰ ਭੰਗ ਕਰ ਦਿੰਦੀਆਂ ਨੇ। ਐਗਜ਼ਾਮਪਲ ਇਹਨੇ ਦਿੱਤੇ ਕਿ ਉੱਤਰੀ ਪੂਰਬੀ ਅਫਰੀਕਾ ਦੀ ਵਿਕਟੋਰੀਆ ਝੀਲ ਦੇ ਵਿੱਚ ਇੱਕ ਨਾਈਲ ਪਰਚ ਨਾਮ ਦੀ ਬਾਹਰੀ ਨਸਲ ਦੀ ਮੱਛੀ ਨੂੰ ਗਰੋ ਕੀਤਾ ਗਿਆ, ਔਰ ਇਹਦੇ ਨਾਲ ਉਸ ਵਿਕਟੋਰੀਆ ਝੀਲ ਦੇ ਵਿੱਚ ਜਿਹੜੀਆਂ ਆਲਰੇਡੀ ਰਹਿਣ ਵਾਲੀਆਂ ਮੱਛੀਆਂ ਸੀਗੀਆਂ, ਜਿਹੜੀਆਂ ਉੱਥੋਂ ਦੀਆਂ ਅਨੁਕੂਲਨ ਮੱਛੀਆਂ ਸੀ, ਉਹ ਖਤਮ ਹੋ ਗਈਆਂ। ਤੁਸੀਂ ਦੇਖ ਰਹੇ ਹੋ, ਇਹਦੇ 'ਚ ਦੇਖੋ, ਇਹ ਹੈ ਜਿਹੜੀ ਨਾਈਲ ਪਰਚ ਮੱਛੀ ਹੈ। ਇਹਦਾ ਸਾਈਜ਼ ਬਹੁਤ ਵੱਡਾ ਹੈ। ਇਸ ਦਾ ਮਾਸ ਖਾਣ ਵਾਸਤੇ ਇਹਨੂੰ ਝੀਲ ਦੇ ਵਿੱਚ ਜਿਹੜਾ ਹੈ ਛੱਡਿਆ ਗਿਆ ਤਾਂ ਕਿ ਇਹਨਾਂ ਦੀ ਰਿਪਰੋਡਕਸ਼ਨ ਹੋਵੇ, ਵੱਧ ਪ੍ਰਜਨਨ ਹੋਵੇ, ਔਰ ਜਿਹੜਾ ਇਹਦੇ ਤੋਂ ਆਰਥਿਕ ਲਾਭ ਲਿਆ ਜਾ ਸਕੇ। ਲੇਕਿਨ ਹੋਇਆ ਕਿ ਇਸ ਨਾਈਲ ਪਰਚ ਨੇ ਚਿਚੜ ਮੱਛੀਆਂ, ਛੋਟੀਆਂ ਮੱਛੀਆਂ ਸੀਗੀਆਂ ਉਸ ਝੀਲ ਦੇ ਵਿੱਚ, ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਚਿਚੜ ਮੱਛੀਆਂ ਦੀ ਜਿਹੜੀ ਜਨਸੰਖਿਆ ਸੀ ਉਹ ਬਿਲਕੁਲ ਹੀ ਇਸ ਝੀਲ ਦੇ ਵਿੱਚੋਂ ਗਾਇਬ ਹੋ ਗਈ। ਸੋ ਵਿਦੇਸ਼ੀ ਜਾਤੀਆਂ ਦੀ ਆਮਦ ਦੇ ਨਾਲ ਵੀ ਕਈ ਵਾਰੀ ਸਥਾਨਕ ਜਾਤੀਆਂ ਨੇ ਜਿਹੜੀਆਂ ਅਲੋਪ ਹੋ ਜਾਂਦੀਆਂ ਨੇ। ਪਲਾਂਟਸ ਦੇ ਵਿੱਚ ਅਸੀਂ ਲਈਏ ਕਾਂਗਰਸ ਘਾਹ, ਪਾਰਥੀਨੀਅਮ। ਜਦੋਂ ਭਾਰਤ ਦੇ ਵਿੱਚ ਹਰਿਤ ਕ੍ਰਾਂਤੀ ਆਈ ਸੀ, ਬਾਹਰੋਂ ਇੱਕ ਕਣਕ ਦੀ ਐਗਜ਼ੋਟਿਕ ਵੈਰਾਈਟੀ ਲੈ ਕੇ ਆਏ ਸੀ। ਉਹਦਾ ਬੇਸ਼ੱਕ ਝਾੜ ਬਹੁਤ ਜ਼ਿਆਦਾ ਹੋਇਆ, ਔਰ ਜਿਹਦੇ ਕਰਕੇ ਭਾਰਤ ਦੇ ਵਿੱਚ ਕਣਕ ਦੀ ਬਿਲਕੁਲ ਵੀ ਅਨਾਜ ਦੀ ਕਮੀ ਨਹੀਂ ਹੋਈ। ਇੱਕ ਪਲੱਸ ਪੁਆਇੰਟ ਸੀ। ਲੇਕਿਨ ਨੈਗੇਟਿਵ ਪੁਆਇੰਟ ਕੀ ਹੋਇਆ ਕਿ ਉਸ ਹਾਈਬ੍ਰਿਡ ਵੈਰਾਈਟੀ ਦੇ ਨਾਲ ਕਾਂਗਰਸ ਘਾਹ ਦੇ ਕੁਝ ਬੂਟੇ ਆ ਗਏ ਭਾਰਤ ਵਿੱਚ, ਔਰ ਅੱਜ ਇਹਨਾਂ ਪਾਰਥੀਨੀਅਮ ਗ੍ਰਾਸ ਨੂੰ ਕੰਟਰੋਲ ਕਰਨਾ ਕਿਸੇ ਦੇ ਵੱਸ ਵਿੱਚ ਨਹੀਂ ਹੈ। ਤੁਸੀਂ ਆਪਣੇ ਸਕੂਲ ਦੇ ਵਿੱਚ ਵੀ ਜ਼ਰੂਰ ਖਾਲੀ ਥਾਂ 'ਤੇ ਇੱਕ ਕਾਂਗਰਸ ਘਾਹ ਉਗਦੀ ਹੋਈ ਦੇਖੀ ਹੋਏਗੀ। ਬਹੁਤ ਜ਼ਹਿਰੀਲੀ ਘਾਹ ਹੈ, ਪਸ਼ੂ ਵੀ ਇਸ ਨੂੰ ਨਹੀਂ ਖਾਂਦੇ, ਇਸ ਕਰਕੇ ਵੱਧਦੀ ਬਹੁਤ ਹੈ, ਐਲਰਜੀ ਕਰਦੀ ਹੈ। ਇਸੇ ਤਰ੍ਹਾਂ ਯੂਕਲਿਪਟਸ ਦੇ ਜਿਹੜੇ ਪੌਦੇ ਨੇ, ਦਰਖਤ ਨੇ, ਉਹ ਬਾਹਰੋਂ ਲਿਆਂਦੇ ਗਏ ਨੇ ਕਿਉਂਕਿ ਉਹਨਾਂ ਦੀ ਲੱਕੜ ਬਹੁਤ ਅੱਛੀ ਹੈ। ਲੇਕਿਨ ਜਿਹੜੇ ਸਾਡੇ ਸਥਾਨਕ ਸਫੈਦੇ ਦੇ ਦਰਖਤ ਨੇ, ਉਹਨਾਂ ਨੇ ਗਰੋ ਕਰਨਾ ਬੰਦ ਕਰ ਦਿੱਤਾ ਕਿਉਂਕਿ ਵਿਦੇਸ਼ੀ ਯੂਕਲਿਪਟਸ ਨੇ ਧਰਤੀ ਦੇ ਜਿਹੜੇ ਸੋਇਲ ਸੀ ਉਸ ਨੂੰ ਚੇਂਜ ਕਰ ਦਿੱਤਾ। ਰਾਸ਼ਟਰੀ ਤੇ ਅੰਤਰਰਾਸ਼ਟਰੀ ਵਪਾਰ ਹੁੰਦਾ ਬੇਟੇ ਜੰਤੂਆਂ ਦੇ ਮਾਸ ਦਾ, ਜੰਤੂਆਂ ਦੇ ਦੰਦਾਂ ਦਾ, ਜੰਤੂਆਂ ਦੇ ਫਰ ਦਾ। ਇਲੀਗਲੀ ਇਹਨਾਂ ਜੰਤੂਆਂ ਨੂੰ ਮਾਰਿਆ ਜਾਂਦਾ, ਉਹਨਾਂ ਦੀ ਸਕਿਨ ਦੀ ਸਮਗਲਿੰਗ ਕੀਤੀ ਜਾਂਦੀ ਹੈ। ਹਾਥੀ ਦੰਦ ਦੇ ਗਹਿਣੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹਾਥੀ ਦੰਦ ਦੀ ਮਾਲਾ, ਹਾਥੀ ਦੰਦ ਦੀਆਂ ਚੂੜੀਆਂ ਕਿਵੇਂ ਬਣਦੀਆਂ ਨੇ? ਹਾਥੀ ਦੇ ਜਿਹੜੇ 2 ਦੰਦ ਬਾਹਰ ਤੁਹਾਨੂੰ ਦਿਖਾਈ ਦਿੰਦੇ ਨੇ, ਉਹਨਾਂ ਨੂੰ ਪੱਟਿਆ ਜਾਂਦਾ। ਤੁਸੀਂ ਇਮੈਜਿਨ ਕਰਕੇ ਦੇਖੋ ਹਾਥੀ ਨੂੰ ਕਿੰਨਾ ਦਰਦ ਹੁੰਦਾ ਹੋਏਗਾ ਜਦੋਂ ਉਸ ਦੇ ਉਹ 2 ਦੰਦ ਜਿਹੜੇ ਬਾਹਰ ਨਿਕਲ ਰਹੇ ਹੁੰਦੇ ਨੇ, ਲੰਬੇ ਲੰਬੇ ਦੰਦ, ਉਹਨਾਂ ਨੂੰ ਖਿੱਚਿਆ ਜਾਂਦਾ। ਹਾਥੀ ਨੂੰ ਬੇਹੋਸ਼ੀ ਦੇ ਇੰਜੈਕਸ਼ਨ ਦਿੱਤੇ ਜਾਂਦੇ ਨੇ, ਔਰ ਫਿਰ ਉਹਨਾਂ ਦੰਦਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਜਾਵਟੀ ਸਮਾਨ ਬਣਾਏ ਜਾਂਦੇ ਨੇ। ਸ਼ੇਰ ਦੀ ਜਿਹੜੀ ਖਾਲ ਹੈ, ਚੀਤੇ ਦੀ ਖਾਲ ਹੈ, ਉਹਨੂੰ ਵੀ ਇੱਕ ਸ਼ਾਹੀ ਸ਼ੌਕਤ ਵਾਸਤੇ ਘਰਾਂ ਦੇ ਵਿੱਚ ਜਿਹੜਾ ਹੈ ਉਹਦਾ ਸਜਾਵਟੀ ਸਮਾਨ ਬਣਾਇਆ ਜਾਂਦਾ। ਸੋ ਆਫਟਰ ਆਲ ਜੈਵਿਕ ਵਿਭਿੰਨਤਾ ਕੀ ਹੈ, ਉਹਦੇ ਨਾਲ ਉਹਨੂੰ ਨੁਕਸਾਨ ਹੋਏਗਾ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਚੀਤੇ ਦੀ ਖਾਲ ਨੂੰ ਉਹਦਾ ਇੱਕ ਸਜਾਵਟੀ, ਇੱਕ ਤਰ੍ਹਾਂ ਦੀ ਉਹਦੀ ਸਜਾਵਟੀ ਚੀਜ਼ ਬਣਾਈ ਹੋਈ ਹੈ। ਹਾਥੀ ਦੇ ਦੰਦ ਦੇਖ ਰਹੇ ਜਿਹੜੇ ਬਾਹਰ ਨਿਕਲਦੇ ਨੇ, ਇਹਨਾਂ ਤੋਂ ਸਜਾਵਟੀ ਸਾਜੋ ਸ਼ਿੰਗਾਰ ਦਾ ਸਮਾਨ ਬਣਾਇਆ ਜਾਂਦਾ। ਕਸਤੂਰੀ ਹਿਰਨ, ਇਹਦੀ ਬਾਡੀ ਦੇ ਵਿੱਚ ਇੱਕ ਥੈਲੀ ਲਾਈਕ ਸਟਰਕਚਰ ਹੁੰਦਾ ਬੇਟੇ, ਜਿਹਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ, ਔਰ ਇਹਦੀ ਬਾਡੀ ਦੇ ਵਿੱਚੋਂ ਇਹ ਥੈਲੀ ਜਿਹੜੀ ਹੈ ਕੱਢੀ ਜਾਂਦੀ ਹੈ, ਫਿਰ ਉਹਦੇ ਪਰਫਿਊਮ ਬਣਾਏ ਜਾਂਦੇ ਨੇ। ਦੇਖੋ ਇਸ ਹਿਰਨ ਨੂੰ ਕਿੰਨੀ ਤਕਲੀਫ ਹੋਏਗੀ ਜਦੋਂ ਇਹਦੀ ਬਾਡੀ ਦਾ ਕੋਈ ਅੰਗ ਕੱਢ ਲਿਆ ਜਾਏਗਾ ਸਿਰਫ ਇੱਕ ਖੁਸ਼ਬੂ ਬਣਾਉਣ ਵਾਸਤੇ। ਸੋ ਇਹ ਬਹੁਤ ਸੋਚਣ ਦਾ ਵਿਸ਼ਾ ਹੈ। ਹੁਣ
ਇਹਨਾਂ ਸਾਰੇ ਕਾਰਨਾਂ ਕਰਕੇ ਇਹ ਜਾਤੀਆਂ ਨੇ ਜਿਹੜੀਆਂ ਖਤਰੇ ਦੀ ਕਗਾਰ ਤੇ ਆ ਚੁੱਕੀਆਂ ਨੇ। ਇਹਨਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਜਿਵੇਂ ਮੈਂ ਪਹਿਲਾਂ ਦੱਸਿਆ, ਕਈ ਤਾਂ ਅਲੋਪ ਹੋ ਚੁੱਕੀਆਂ ਨੇ। ਇੱਕ ਸੰਸਥਾ ਹੈ IUCN, ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, ਇੱਕ ਬਹੁਤ ਵੱਡੀ ਸੰਸਥਾ ਹੈ। ਇਸ ਨੇ ਇੱਕ ਰਿਕਾਰਡ ਜਿਹੜਾ ਹੈ ਇਕੱਠਾ ਕੀਤਾ, ਉਸ ਬੁੱਕ ਨੂੰ ਨਾਮ ਦਿੱਤਾ ਰੈੱਡ ਡਾਟਾ ਬੁੱਕ, ਲਾਲ ਕਿਤਾਬ। ਜਿਵੇਂ ਲਾਲ ਬੇਟੇ ਡੇਂਜਰ ਦਾ ਸਾਈਨ ਹੁੰਦਾ, ਇਸ ਕਿਤਾਬ ਦੇ ਵਿੱਚ ਉਹ ਜੀਵ ਜੰਤੂ ਔਰ ਪੌਦੇ ਰੱਖੇ ਗਏ ਨੇ ਜਿਹੜੇ ਅੱਜ ਹੁਣ ਖਤਰੇ ਵਿੱਚ ਨੇ, ਡੇਂਜਰ ਵਿੱਚ ਨੇ। ਉਹਨਾਂ ਦਾ ਪੂਰਾ ਵੇਰਵਾ ਰੱਖਿਆ ਹੋਇਆ ਕਿ ਇਹ ਜੰਤੂ ਖਤਰੇ ਦੇ ਵਿੱਚ ਹੈ, ਇਹ ਖਤਮ ਹੋਣ ਵਾਲਾ ਹੈ, ਇਹ ਅਲੋਪ ਹੋ ਚੁੱਕਿਆ, ਇਸ ਨੂੰ ਸੁਰੱਖਿਆ ਦੇਣੀ ਬਣਦੀ ਹੈ। ਰੈੱਡ ਡਾਟਾ ਬੁੱਕ, ਇਹਨੇ ਵਰਗੀਕਰਨ ਕੀਤਾ ਇਹਨਾਂ ਜਾਤੀਆਂ ਦਾ। ਪਹਿਲੇ ਵਰਗੀਕਰਨ ਵਿੱਚ ਇਸ ਬੁੱਕ ਨੇ ਕਿਹਾ ਖਤਰੇ ਦੀ ਕਗਾਰ ਤੇ ਜਾਤੀਆਂ, ਇੰਡੇਂਜਰਡ ਸਪੀਸ਼ੀਜ਼, ਉਹ ਜਾਤੀਆਂ ਨੇ ਜਿਨ੍ਹਾਂ ਦੀ ਗਿਣਤੀ ਖਤਰਨਾਕ ਹੱਦ ਤੱਕ ਘਟ ਗਈ ਹੈ, ਆਉਣ ਵਾਲੇ ਸਮੇਂ ਵਿੱਚ ਕਦੇ ਵੀ ਖਤਮ ਹੋ ਸਕਦੀਆਂ ਨੇ। ਉਦਾਹਰਨ ਵਜੋਂ ਚੀਤਾ ਹੈ, ਸ਼ੇਰ ਹੈ, ਠੀਕ ਹੈ, ਗੋਲਡਨ ਬਾਂਦਰ ਹੈ, ਲਾਲ ਲੋਮੜੀ ਹੈ, ਲਾਲ ਪਾਂਡਾ ਹੈ। ਤੁਸੀਂ ਮੇਰੇ ਖਿਆਲ ਦੇ ਵਿੱਚ ਇਹਨਾਂ ਦੇ ਨਾਮ ਵੀ ਨਹੀਂ ਸੁਣੇ ਹੋਣਗੇ। ਦੇਖਣ ਦੀ ਤਾਂ ਗੱਲ ਬਹੁਤ ਦੂਰ ਹੈ, ਅਸੀਂ ਕਿਵੇਂ ਦੇਖ ਸਕਦੇ ਹਾਂ ਇਹਨਾਂ ਨੂੰ, ਕਿਉਂਕਿ ਅੱਜ ਇਹਨਾਂ ਦੀਆਂ ਜਾਤੀਆਂ ਬਹੁਤ ਘੱਟ ਨੇ, ਖਤਰਾ ਹੈ ਇਹਨਾਂ ਨੂੰ ਅਲੋਪ ਹੋਣ ਦਾ। ਸੋ ਇਹ ਜਾਤੀਆਂ ਖਤਰੇ ਦੀ ਕਗਾਰ ਤੇ ਜਾਤੀਆਂ ਜਿਹੜੀਆਂ ਰੈੱਡ ਡਾਟਾ ਬੁੱਕ ਨੇ ਵਰਗੀਕਰਨ ਕੀਤਾ ਹੈ। ਦੂਸਰੀ ਵਰਗੀਕਰਨ ਉਹਨੇ ਕੀਤਾ ਅਸੁਰੱਖਿਅਤ ਜਾਤੀਆਂ, ਵਲਨਰੇਬਲ ਸਪੀਸੀਜ਼, ਵੀ ਦਾ ਨਾਮ ਦਿੱਤਾ ਗਿਆ। ਇਹ ਅਜਿਹੀਆਂ ਜਾਤੀਆਂ ਹਨ ਜਿਨ੍ਹਾਂ ਦੀ ਜਨਸੰਖਿਆ ਖਤਮ ਹੋ ਚੁੱਕੀ ਹੈ ਜਾਂ ਇਹਨਾਂ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਹੈ ਕਿ ਹੈਗੀਆਂ ਨੇ ਜਾਂ ਥੋੜ੍ਹੀਆਂ ਹੈਗੀਆਂ ਨੇ, ਖਤਮ ਹੋ ਚੁੱਕੀਆਂ ਨੇ। ਭਾਰਤੀ ਬਸਟਰਡ, ਗ੍ਰੇਟ ਇੰਡੀਅਨ ਬਸਟਰਡ ਇੱਕ ਪੰਛੀ ਹੈ, ਜੰਗਲੀ ਖੋਤਾ, ਕਾਲਾ ਹਿਰਨ, ਇਹ ਅਸੁਰੱਖਿਅਤ ਜਾਤੀਆਂ ਹਨ। ਅਸੁਰੱਖਿਅਤ ਕਿਉਂ ਹੋਈਆਂ ਬੇਟੇ? ਕਿਉਂਕਿ ਇਹਨਾਂ ਦਾ ਸ਼ਿਕਾਰ ਬਹੁਤ ਜ਼ਿਆਦਾ ਕਰ ਰਿਹਾ ਮਨੁੱਖ। ਦੁਰਲਭ ਜਾਤੀਆਂ, ਰੇਅਰ ਸਪੀਸ਼ੀਜ਼, ਜਿਹੜੀਆਂ ਕਿਤੇ ਕਿਤੇ ਕਿਸੇ ਜਿਓਗ੍ਰਾਫੀਕਲ ਏਰੀਆ ਵਿੱਚ ਦਿਖਣ ਨੂੰ ਮਿਲਣਗੀਆਂ, ਹਰ ਜਗ੍ਹਾ 'ਤੇ ਨਹੀਂ ਮਿਲਣਗੀਆਂ। ਹੂਪਿੰਗ ਸਾਰਸ ਭਾਰਤ ਦੇ ਵਿੱਚ ਪਾਇਆ ਜਾਂਦਾ ਹੈ, ਲੇਕਿਨ ਹੁਣ ਇਹ ਦੁਰਲਭ ਜਾਤੀ ਹੈ, ਬਹੁਤ ਰੇਅਰ ਹੈ, ਥ੍ਰੈਟਨਡ ਹੈ, ਇਹਨੂੰ ਬਹੁਤ ਜ਼ਿਆਦਾ ਖਤਰਾ ਹੈ ਅਲੋਪ ਹੋਣ ਦਾ। ਠੀਕ ਹੈ, ਸੋ ਰੈੱਡ ਡਾਟਾ ਬੁੱਕ ਹੈ, ਦੇਖੋ ਲਾਲ ਰੰਗ ਦੀ ਕਿਤਾਬ ਹੈ ਰੈੱਡ ਡਾਟਾ ਬੁੱਕ, ਜਿਹਦੇ ਵਿੱਚ ਸਾਰਾ ਰਿਕਾਰਡ ਹੈ। ਸੋ ਕ੍ਰਿਟੀਕਲੀ ਇੰਡੇਂਜਰਡ ਸਪੀਸ਼ੀਜ਼ ਇਨ ਇੰਡੀਆ, ਅਗਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਰੈੱਡ ਡਾਟਾ ਬੁੱਕ ਕਹਿੰਦੀ ਹੈ 132 ਸਪੀਸ਼ੀਜ਼ ਆਫ ਪਲਾਂਟਸ ਐਂਡ ਐਨੀਮਲਸ। ਬੇਟੇ ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿਤੇ 132 ਸਿਰਫ ਅਸੀਂ ਕਾਊਂਟਿੰਗ ਕਹੀ ਕਿ 132 ਪਲਾਂਟਸ ਐਂਡ ਐਨੀਮਲਸ ਅਲੋਪ ਹੋਏ ਨੇ। 132 ਜਾਤੀਆਂ ਅਲੋਪ ਹੋਈਆਂ ਨੇ, ਔਰ ਇੱਕ ਜਾਤੀ ਦੇ ਵਿੱਚ ਹਜ਼ਾਰਾਂ ਤੋਂ ਵੀ ਵੱਧ ਜੰਤੂ ਹੋ ਸਕਦੇ ਨੇ। ਸੋ ਤੁਸੀਂ 132 ਨੂੰ ਹਜ਼ਾਰਾਂ ਨਾਲ ਕਰਕੇ ਦੇਖੋ, ਮਲਟੀਪਲਾਈ, ਕਿੰਨੇ ਪਲਾਂਟਸ ਐਂਡ ਕਿੰਨੇ ਐਨੀਮਲਸ ਨੇ ਜਿਹੜੇ ਉਹ ਹੁਣ ਕ੍ਰਿਟੀਕਲ ਇੰਡੇਂਜਰਡ ਨੇ, ਬਹੁਤ ਜ਼ਿਆਦਾ ਖਤਰੇ ਵਿੱਚ ਨੇ ਜਾਂ ਉਹ ਅਲੋਪ ਹੋ ਚੁੱਕੇ ਨੇ। ਇਹ ਰੈੱਡ ਡਾਟਾ ਬੁੱਕ ਦਾ ਔਥੈਂਟੀਕੇਟਿਡ ਰਿਕਾਰਡ ਹੈ, ਭਾਰਤ ਦਾ ਜਿਹੜਾ ਰਿਕਾਰਡ ਹੈ। ਇਹਨੇ ਹਰ ਕੰਟਰੀ ਦਾ ਰਿਕਾਰਡ ਰੱਖਿਆ ਹੋਇਆ ਇਸ ਬੁੱਕ ਨੇ। ਹੁਣ ਪੌਦਿਆਂ ਦੀ ਗੱਲ ਕਰੀਏ ਤਾਂ ਅਸੀਂ ਜੰਤੂਆਂ ਦੀ ਗੱਲ ਕੀਤੀ ਹੈ। ਪੌਦਿਆਂ ਦੇ ਵਿੱਚ ਬੇਟੇ ਤੁਹਾਡੀ ਬੁੱਕ ਦੇ ਵਿੱਚ ਜਿਹੜਾ ਹੈ ਬ੍ਰਹਮ ਕਮਲ ਦੀ ਐਗਜ਼ਾਮਪਲ ਦਿੱਤੀ ਗਈ ਹੈ। ਇਹ ਹੁਣ ਜਿਹੜਾ ਹੈ ਆਲਮੋਸਟ ਅਲੋਪ ਹੋ ਚੁੱਕਿਆ ਜਾਂ ਖਤਰੇ 'ਤੇ ਹੈ। ਕਾਰਨ ਪਾਣੀ ਦਾ ਪ੍ਰਦੂਸ਼ਣ। ਕਈ ਹੋਰ ਝਾੜੀਆਂ, ਜੜੀ ਬੂਟੀਆਂ ਜਿਹੜੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਜਿਹੜੀਆਂ ਹਰਬਲ ਸਾਡੇ ਪਲਾਂਟਸ ਨੇ, ਉਹਨਾਂ ਨੂੰ ਖਤਰਾ ਹੈ। ਔਰਕਿਡਸ ਬਹੁਤ ਬਿਊਟੀਫੁਲ ਪਲਾਂਟਸ ਹੁੰਦੇ ਨੇ, ਉਹ ਖਤਰੇ ਵਿੱਚ ਨੇ, ਕਿਉਂਕਿ ਕਈ ਦਵਾਈ, ਹਾਰ ਸ਼ਿੰਗਾਰ ਦੇ ਸਮਾਨ ਲਈ ਇਹਨਾਂ ਪੌਦਿਆਂ ਨੂੰ ਵਰਤਿਆ ਜਾਂਦਾ ਹੈ। ਸੋ ਇਹਨਾਂ ਦੀਆਂ ਜਾਤੀਆਂ ਨੇ ਜਿਹੜੀਆਂ ਘਟਦੀਆਂ ਜਾ ਰਹੀਆਂ ਨੇ ਜਾਂ ਅਲੋਪ ਹੋ ਚੁੱਕੀਆਂ ਨੇ। ਅਗਰ ਅਸੀਂ ਜੰਤੂਆਂ ਦੀ ਗੱਲ ਕਰੀਏ ਤਾਂ ਥਣਧਾਰੀਆਂ ਦੀਆਂ 19 ਜਾਤੀਆਂ ਖਤਰੇ ਦੀ ਕਗਾਰ 'ਤੇ ਨੇ। ਦੁਰਲਭ ਜਾਤੀਆਂ ਨੇ ਕਿਹੜੀਆਂ ਨੇ ਬੇਟੇ? ਲਾਇਨ ਟੇਲਡ ਮੈਕਕ ਹੈ, ਇੱਕ ਤਰ੍ਹਾਂ ਦਾ ਸ਼ੇਰ ਦੀ ਪੂੰਛ ਵਰਗਾ ਬੰਦਰ ਹੈ, ਦੱਖਣੀ ਪੱਛਮੀ ਘਾਟਾਂ ਦੇ ਕੁਝ ਜੰਗਲਾਂ ਵਿੱਚ ਮਿਲਦਾ ਹੈ। ਸੂਰ ਦੀ ਪੂੰਛ ਵਰਗੇ ਮੈਕੈਕ ਹੈ, ਸੂਰ ਦੀ ਪੂੰਛ ਵਰਗਾ ਬੰਦਰ ਹੈ। ਇਹ ਉੱਤਰੀ ਪੂਰਬੀ ਭਾਰਤ ਦੇ ਘਣੇ ਸਦਾਬਹਾਰ ਜੰਗਲਾਂ ਵਿੱਚ ਮਿਲਦਾ ਹੈ, ਲੇਕਿਨ ਬਹੁਤ ਘੱਟ, ਦੁਰਲਭ ਹੈ, ਹੁਣ ਰੇਅਰ ਹੈ। ਦੁਰਲਭ ਸੁਨਹਿਰੀ ਲੰਗੂਰ ਮਾਨਸ ਦਰਿਆ ਦੇ ਕੰਢੇ 'ਤੇ ਰਹਿੰਦਾ ਹੈ। ਟੋਪੀਦਾਰ ਲੰਗੂਰ, ਇਹ ਵੀ ਇੱਕ ਦੁਰਲਭ ਜਾਤੀ ਹੈ ਜੋ ਉੱਤਰੀ ਪੂਰਬੀ ਭਾਰਤ ਵਿੱਚ ਮਿਲਦਾ ਹੈ। ਭਾਰਤ ਵਿੱਚ ਮਿਲਣ ਵਾਲਾ ਇੱਕੋ ਇੱਕ ਬਨ ਮਾਨਸ ਜਿਹੜਾ ਹੈਗਾ ਹੌਲਕ ਗਿਬਨ, ਇਹਦਾ ਵੀ ਸ਼ਿਕਾਰ ਕੀਤਾ ਜਾਂਦਾ ਹੈ, ਅਸਾਮ ਦੇ ਜੰਗਲਾਂ ਵਿੱਚ ਮਿਲਦਾ ਹੈ। ਸੋ ਇਹ ਜਿਹੜੇ ਬੇਟੇ ਐਨੇ ਦੇਖੋ ਨਾਮ ਨੇ ਜਿਹੜੇ ਅਸੀਂ ਕਦੇ ਸੁਣੇ ਵੀ ਨਹੀਂ ਹੈ, ਲੇਕਿਨ ਇਹ ਸਾਡੇ ਭਾਰਤ ਦੀ ਜਿਹੜੀ ਤੁਸੀਂ ਸਮਝ ਲਓ ਇੱਕ ਤਰ੍ਹਾਂ ਦੀ ਵਿਰਾਸਤ ਹੈ। ਇਹਨਾਂ ਜੰਤੂਆਂ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।
इस तरह ਦੀਆਂ ਨੀਤੀਆਂ ਘੜਨੀਆਂ ਚਾਹੀਦੀਆਂ ਨੇ ਕਿ ਇਹ ਜੰਤੂ ਨੇ ਜਿਹੜੇ ਇਹਨਾਂ ਦਾ ਹੁਣ ਪ੍ਰਜਨਨ ਵੱਧ ਤੋਂ ਵੱਧ ਹੋ ਸਕੇ ਔਰ ਇਹਨਾਂ ਦੀਆਂ ਜਾਤੀਆਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਹੈ ਨੰਬਰ ਵੱਧ ਸਕੇ। ਇਹ ਦੇਖੋ ਬੇਟੇ ਡਾਇਗਰਾਮਸ ਦੇ ਵਿੱਚ ਤੁਸੀਂ ਦੇਖੋ ਕੈਪਡ ਮੌਂਕੀ, ਇਹਦੇ ਸਿਰ ਦੀ ਤੁਸੀਂ ਸ਼ੇਪ ਦੇਖੋ ਕਿੰਨੀ ਅੱਛੀ ਸ਼ੇਪ ਹੈ ਇਹਦੀ। ਸਿਰ ਦੇ ਉੱਤੇ ਕੈਪ ਲਾਈਕ ਸਟਰਕਚਰ ਦਾ ਜਿਵੇਂ ਬਾਲਾਂ ਦੀ ਕੈਪ ਬਣੀ ਹੋਈ ਹੈ। ਇਹ ਲਾਇਨ ਟੇਲਡ ਮੌਂਕੀ ਹੈ, ਇਹਦਾ ਫੇਸ ਵੀ ਲਾਇਨ ਵਰਗਾ ਹੈ, ਇਹਦੀ ਟੇਲ ਵੀ ਲਾਇਨ ਵਰਗੀ ਹੈ। ਇਹ ਪਿਗ ਟੇਲਡ ਮੌਂਕੀ ਹੈ, ਗੋਲਡਨ ਮੌਂਕੀ, ਸੁਨਹਿਰਾ ਮੌਂਕੀ, ਠੀਕ ਹੈ। ਐਂਡ ਦਿਸ ਇਜ਼ ਦਾ ਬਨਮਾਨਸ ਹੌਲਕ ਗਿਬਨ। ਇਹ ਹੁਣ ਦੁਰਲਭ ਜਾਤੀਆਂ ਹੋ ਚੁੱਕੀਆਂ ਨੇ। ਪੰਛੀਆਂ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਲਾਲ ਸਿਰ ਵਾਲੀ ਬੱਤਖ, ਕਦੇ ਦੇਖੀ ਹੈ ਤੁਸੀਂ ਲਾਲ ਸਿਰ ਵਾਲੀ ਬੱਤਖ? ਕਿਵੇਂ ਦੇਖੋਗੇ? ਇੱਕ ਜਾਂ ਦੋ ਜਾਤੀਆਂ ਰਹਿ ਗਈਆਂ ਹੋਣਗੀਆਂ। ਗ੍ਰੇਟ ਇੰਡੀਅਨ ਬਸਟਰਡ ਰਾਜਸਥਾਨ ਦੇ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ। ਕਾਲੀ ਗਰਦਨ ਵਾਲੀ ਬੱਤਖ, ਠੀਕ ਹੈ, ਰੋਜ਼ੀ ਪੈਲਕਨ, ਇਹ ਸਾਰੀਆਂ ਨੇ ਖਤਰੇ ਦੀ ਕਗਾਰ 'ਤੇ ਖੜੀਆਂ ਜਾਤੀਆਂ ਹਨ ਪੰਛੀਆਂ ਦੀਆਂ, ਜਿਹੜੀਆਂ ਕਿ ਹੁਣ ਅਲੋਪ ਹੋਣ ਦੇ ਕੰਢੇ 'ਤੇ ਨੇ। ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਔਰ ਗੋਲਡਨ ਟੋਡ, ਗੋਲਡਨ ਕਲਰ ਦਾ ਫਰੋਗ, ਆਈ ਐਮ ਸ਼ੋਰ ਕਿ ਤੁਸੀਂ ਕਦੇ ਨਹੀਂ ਦੇਖਿਆ ਹੋਏਗਾ ਇਹ। ਔਰ ਇਹ ਵੀ ਅਲੋਪ ਹੋਣ ਵਾਲਾ ਹੈ ਕਿਉਂਕਿ ਤਾਪਮਾਨ ਦੇ ਵਾਧੇ ਕਰਕੇ, ਪਾਣੀ ਵਿੱਚ ਰਹਿਣ ਵਾਲਾ ਜੰਤੂ ਹੈ, ਤਾਪਮਾਨ ਦੇ ਵਾਧੇ ਕਰਕੇ ਪਾਣੀ ਵੀ ਗਰਮ ਹੋਏਗਾ। ਸੋ ਇਹ ਆਪਣੇ ਆਪ ਨੂੰ ਇਸ ਜਿਹੜਾ ਹੈ ਗਲੋਬਲ ਵਾਰਮਿੰਗ ਕਰਕੇ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾ ਰਿਹਾ ਔਰ ਇਸ ਦੀ ਜਾਤੀ ਹੈ ਜਿਹੜੀ ਉਹ ਘਟਣ ਲੱਗ ਗਈਆਂ ਨੇ। ਚਲੋ ਪੌਦਿਆਂ ਦੀ ਗੱਲ ਕਰਦੇ ਹਾਂ। ਪੌਦਿਆਂ ਦੇ ਵਿੱਚ ਅਸੀਂ ਪੰਜਾਬ ਦੀ ਜੈਵਿਕ ਵਿਭਿੰਨਤਾ ਦੀ ਗੱਲ ਕਰਨੇ ਆ। ਅਸੀਂ ਇੰਡੀਆ ਦੀ ਜੈਵਿਕ ਵਿਭਿੰਨਤਾ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਸਾਡੀ ਨੇਸ਼ਨ ਆ, ਲੇਕਿਨ ਸਾਡੀ ਸਟੇਟ ਪੰਜਾਬ ਨੂੰ ਵੀ ਅਸੀਂ ਨਹੀਂ ਭੁੱਲਣਾ ਹੈ। ਪੰਜਾਬ ਦੇ ਵਿੱਚ ਵੀ ਜੈਵਿਕ ਵਿਭਿੰਨਤਾ ਹੈ ਬੇਟੇ ਜਿਹੜੀ ਬਹੁਤ ਘਟਦੀ ਜਾ ਰਹੀ ਹੈ। ਪੰਜਾਬ ਦੇ ਅਗਰ ਅਸੀਂ ਏਰੀਆ ਦੀ ਗੱਲ ਕਰੀਏ ਤਾਂ 14% ਜਿਹੜਾ ਹੈ ਏਰੀਆ ਜੰਗਲਾਂ ਦੇ ਹੇਠਾਂ ਹੋਣਾ ਚਾਹੀਦਾ ਹੈ ਬੇਟੇ। ਸਿਰਫ 2% ਏਰੀਆ ਹੈ ਜਿਹੜਾ ਪੰਜਾਬ ਦਾ ਜੰਗਲਾਂ ਦੇ ਹੇਠਾਂ ਹੈ। ਤੁਸੀਂ ਸੋਚ ਲਓ ਕਿ ਜੰਗਲੀ ਜੀਵਨ ਕਿੰਨਾ ਕੁ ਹੋਏਗਾ ਉਹਦੇ ਵਿੱਚ। ਅਗਰ ਮੈਂ ਗੱਲ ਕਰਾਂ ਬੇਟੇ ਟਪਕਾ ਅੰਬ, ਕੀ ਕਦੇ ਤੁਸੀਂ ਇਹਦਾ ਨਾਮ ਸੁਣਿਆ? ਇਹ ਗੁਰਦਾਸਪੁਰ ਨਵਾਂ ਸ਼ਹਿਰ ਏਰੀਆ ਦੇ ਵਿੱਚ ਮਿਲਦਾ ਸੀ, ਲੇਕਿਨ ਉਹਨਾਂ ਦੀਆਂ ਵੈਰਾਈਟੀਜ਼ ਬਹੁਤ ਘੱਟ ਨੇ। ਵਲਚਰ, ਗਿਰਜ ਪੰਜਾਬ ਦੇ ਮੰਨੇ ਹੋਏ ਜਿਹੜੇ ਪੰਛੀ ਨੇ, ਲੇਕਿਨ ਹੁਣ ਗਾਇਬ ਹੁੰਦੇ ਜਾ ਰਹੇ ਨੇ। ਇਹਨਾਂ ਦੇ ਗਾਇਬ ਹੋਣ ਦਾ ਕਾਰਨ ਕੀ ਹੈ? ਕੀਟਨਾਸ਼ਕਾਂ ਦੀ ਵਰਤੋਂ। ਵੱਧ ਤੋਂ ਵੱਧ ਕੀਟਨਾਸ਼ਕਾਂ ਦੇ ਨਾਲ ਇਹਨਾਂ ਦੀ ਪ੍ਰਜਨਨ ਸ਼ਕਤੀ ਹੈ, ਜਿਹੜੀ ਰਿਪਰੋਡਕਸ਼ਨ ਹੈ ਉਹ ਘਟਦੀ ਜਾ ਰਹੀ ਹੈ। ਇਹਨਾਂ ਦੇ ਆਂਡਿਆਂ ਦਾ ਖੋਲ ਪਤਲਾ ਪੈ ਰਿਹਾ, ਆਂਡਿਆਂ ਦੇ ਵਿੱਚੋਂ ਜਿਹੜੇ ਨੇ ਉਹ ਚੂਜ਼ੇ ਨੇ ਉਹ ਨਿਕਲ ਹੀ ਨਹੀਂ ਪਾਉਂਦੇ, ਆਂਡੇ ਪਹਿਲਾਂ ਹੀ ਖਰਾਬ ਹੋ ਜਾਂਦੇ ਨੇ। ਸੋ ਕਿਸ ਕਰਕੇ ਇਹ ਸਭ ਕੁਝ ਹੋ ਰਿਹਾ? ਵੱਧਦੀ ਹੋਈ ਪੋਪੂਲੇਸ਼ਨ ਕਰਕੇ ਔਰ ਵੱਧਦੇ ਹੋਏ ਪ੍ਰਦੂਸ਼ਣ ਕਰਕੇ। ਜੈਵਿਕ ਵਿਭਿੰਨਤਾ ਪੰਜਾਬ ਦੀ ਫਿਰ ਅਸੀਂ ਆ ਜਾਂਦੇ ਹਾਂ। ਹੁਣ ਪੰਜਾਬ ਦੇ ਵਿੱਚ ਮੱਛੀ ਪਾਲਣ ਹੈ ਜਿਹੜਾ ਬਹੁਤ ਇੱਕ ਜਿਹੜਾ ਹੈ ਆਰਥਿਕ ਪੱਖੋਂ ਵਿਵਸਾਏ ਹੈ ਲੋਕਾਂ ਦਾ। ਸੋ ਵੱਧ ਤੋਂ ਵੱਧ ਜਿਹੜੀ ਹੈ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਸਤੇ ਕੀ ਕਰਦੇ ਨੇ ਲੋਕ? ਬਾਹਰੋਂ ਜਿਹੜੀਆਂ ਨੇ ਵੈਰਾਈਟੀਜ਼ ਮੱਛੀਆਂ ਦੀਆਂ ਲੈ ਕੇ ਆਉਂਦੇ ਨੇ। ਉਹਦੇ ਨਾਲ ਸਥਾਨਕ ਮੱਛੀਆਂ ਨੇ ਜਿਹੜੀਆਂ ਉਹਨਾਂ ਦੀ ਰਿਪਰੋਡਕਸ਼ਨ ਘਟਦੀ ਜਾਂਦੀ ਹੈ। ਸਥਾਨਕ ਮੱਛੀਆਂ ਕਿਹੜੀਆਂ ਨੇ ਸਾਡੀਆਂ? ਜਿਵੇਂ ਲੇਬੀਓ, ਲੋਬੀਓ, ਰੋਹੀਟਾ, ਲੋਬੀਓਕਟਬਾਸੂ, ਸੀਰੀਨਸ, ਠੀਕ ਹੈ। ਇਹ ਸਾਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਪਾਈਆਂ ਜਾਣ ਵਾਲੀਆਂ ਸਥਾਨਕ ਮੱਛੀਆਂ ਨੇ ਜਿਹੜੀਆਂ ਹੁਣ ਖਤਮ ਹੋਣ ਵਾਲੀਆਂ ਨੇ ਡਿਊ ਟੂ ਜਿਹੜੀਆਂ ਏਲੀਅਨ ਸਪੀਸ਼ੀਜ਼, ਵਿਦੇਸ਼ੀ ਜਾਤੀਆਂ ਦੀ ਆਮਦ ਕਰਕੇ। ਪੰਜਾਬ ਦੇ ਵਿੱਚ ਚਿੱਟਾ ਇਨਕਲਾਬ ਹੈ ਜਿਹੜਾ, ਕਾਫੀ ਸਮੇਂ ਤੋਂ ਚਿੱਟਾ ਇਨਕਲਾਬ ਹੈ ਜਿਹੜਾ ਅਸੀਂ ਲੈ ਆਏ ਹਾਂ। ਅੱਜ ਜਿਹੜਾ ਹੈ ਪੰਜਾਬ ਨਹੀਂ ਭਾਰਤ ਹੈ ਜਿਹੜਾ ਦੁੱਧ ਉਤਪਾਦਨ ਦੇ ਵਿੱਚ ਪਹਿਲੇ ਜਾਂ ਦੂਜੇ ਨੰਬਰ 'ਤੇ ਹੈ। ਬਹੁਤ ਮਾਤਰਾ ਦੇ ਵਿੱਚ ਦੁੱਧ ਹੈ ਜਿਹੜਾ ਪੈਦਾ ਹੁੰਦਾ, ਲੇਕਿਨ ਕਿਸ ਕੀਮਤ 'ਤੇ ਬੇਟੇ? ਅਸੀਂ ਕੀ ਕੀਤਾ? ਐਗਜ਼ੋਟਿਕ ਬਾਹਰੋਂ ਸਪੀਸ਼ੀਜ਼ ਲੈ ਕੇ ਆਏ ਹਾਂ ਕਾਓ ਬਫਲੋਜ਼ ਦੀਆਂ। ਉਹਦੇ ਕਰਕੇ ਜਿਹੜੀਆਂ ਸਾਡੀਆਂ ਆਪਦੀਆਂ ਜਿਹੜੀਆਂ ਸਾਡੀਆਂ ਸਥਾਨਕ ਸਪੀਸ਼ੀਜ਼ ਨੇ, ਜਿਵੇਂ ਮੁਰਰਾ ਹੈ, ਠੀਕ ਹੈ, ਨੀਲੀ ਰਾਵੀ ਹੈ, ਹਰਿਆਣਾ ਦੀ ਸਾਹੀਵਾਲ ਹੈ, ਜਿਹੜੀ ਬੱਕਰੀਆਂ ਦੀ ਬੀਤਲ ਕਿਸਮ ਹੈ, ਇਹ ਸਾਰੀਆਂ ਹੁਣ ਖਤਰੇ ਦੀ ਕਗਾਰ 'ਤੇ ਨੇ ਡਿਊ ਟੂ ਏਲੀਅਨ ਸਪੀਸ਼ੀਜ਼ ਇਨਵੇਸ਼ਨ। ਸੋ ਹੁਣ ਬੇਟੇ ਇਹ ਸਮਾਂ ਆ ਗਿਆ ਹੈ ਕਿ ਇਹ ਜਿਹੜੀ ਜੈਵਿਕ ਵਿਭਿੰਨਤਾ ਘਟ ਰਹੀ ਹੈ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ, ਨੀਤੀਆਂ ਘੜੀਆਂ ਜਾਣ ਤਾਂ ਕਿ ਜੰਗਲੀ ਜੀਵਨ ਨੂੰ ਬਚਾ ਸਕੀਏ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਧਰਤੀ ਦੇ ਸਕੀਏ, ਉਹ ਬਿਊਟੀਫੁਲ ਪਲੈਨਟ ਉਹਨਾਂ ਨੂੰ ਦੇ ਸਕੀਏ ਜਿਹੜਾ ਸਾਨੂੰ ਆਪਣੇ ਪੂਰਵਜਾਂ ਤੋਂ ਮਿਲਿਆ ਹੈ।
ਨਾ ਕਿ ਅਸੀਂ ਉਹਨਾਂ ਨੂੰ ਇੱਕ ਜਿਹੜਾ ਹੈ ਡੈਜ਼ਰਟ ਦੇ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਪੇਸ਼ ਕਰੀਏ ਕਿ ਅਸੀਂ ਸਾਰਾ ਕੁਝ ਖਤਮ ਕਰ ਲਿਆ, ਹੁਣ ਇਹ ਜਿਹੜਾ ਖਾਲੀ ਹੈ ਪਲੈਨਟ ਜਿਹਦੇ ਉੱਤੇ ਹੁਣ ਕੁਝ ਵੀ ਨਹੀਂ ਰਿਹਾ ਹੈ, ਜੀਵਨ ਵੀ ਜਿਹੜਾ ਆਖਰੀ ਸਾਹਾਂ 'ਤੇ ਹੈ, ਅਸੀਂ ਉਹਨਾਂ ਨੂੰ ਉਹ ਸੌਂਪੀਏ। ਤਾਂ ਇਹ ਨੈਤਿਕਤਾ ਨਹੀਂ ਹੋਵੇਗੀ। ਸਾਨੂੰ ਸੋਚਣਾ ਪਏਗਾ ਕਿ ਅਸੀਂ ਆਪਣੇ ਪਲੈਨਟ ਨੂੰ ਕਿਸ ਤਰ੍ਹਾਂ ਦੇ ਨਾਲ ਹੁਣ ਸੰਭਾਲਣਾ ਹੈ। ਇਹਦੇ ਵਾਸਤੇ ਬੇਟੇ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ IUCN ਹੈ, ਬਹੁਤ ਕੰਮ ਕਰ ਰਹੀ ਹੈ ਵਾਤਾਵਰਣ ਦੀ ਸਾਂਭ ਸੰਭਾਲ ਲਈ। UNEP ਯੂਨਾਈਟਿਡ ਨੇਸ਼ਨਸ ਇਨਵਾਇਰਮੈਂਟਲ ਪ੍ਰੋਗਰਾਮ, ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮਸ ਚੱਲਦੇ ਨੇ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਵਾਤਾਵਰਣ ਦੇ ਨਾਲ ਸੁਮੇਲ ਪੈਦਾ ਕਰਨਾ ਹੈ। WRI ਵਰਲਡ ਰਿਸੋਰਸ ਇੰਸਟੀਚਿਊਟ, WWF ਵਰਲਡ ਵਾਈਲਡ ਫੰਡ ਫॉर ਨੇਚਰ, ਇਹ ਲੋਕਾਂ ਨੂੰ ਫੰਡ ਦਿੰਦੇ ਨੇ ਕਿ ਤੁਸੀਂ ਨੇਚਰ ਦੀ ਸਾਂਭ ਸੰਭਾਲ ਕਰੋ, ਅਸੀਂ ਤੁਹਾਨੂੰ ਫੰਡ ਦਿਆਂਗੇ, ਤੁਸੀਂ ਜੰਗਲੀ ਜੀਵਾਂ ਨੂੰ ਬਚਾਓ, ਅਸੀਂ ਤੁਹਾਨੂੰ ਫੰਡ ਦਿਆਂਗੇ। ਸੋ ਇਹ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਤਾਂ ਕਿ ਇਨਵਾਇਰਮੈਂਟ ਨੂੰ ਬਚਾਇਆ ਜਾ ਸਕੇ, ਜੈਵਿਕ ਵਿਭਿੰਨਤਾ ਨੂੰ ਬਚਾਇਆ ਜਾ ਸਕੇ। ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਦੇ ਬੇਟੇ ਤਰੀਕੇ, ਦੋ ਤਰੀਕੇ ਨੇ। ਇੱਕ ਤਾਂ ਮੌਕੇ ਉੱਪਰ ਇਨ ਸਿਟੂ ਸਾਂਭ ਸੰਭਾਲ ਕੀਤੀ ਜਾਵੇ, ਇੱਕ ਹੁੰਦੀ ਐਕਸ ਸਿਟੂ, ਮੌਕੇ ਤੋਂ ਪਰਾਂ। ਆਪਾਂ ਇਨ ਸਿਟੂ ਕਰਦੇ ਹਾਂ। ਇਨ ਸਿਟੂ ਦਾ ਮਤਲਬ ਕਿ ਜਿੱਥੇ ਕੋਈ ਜੀਵ ਜੰਤੂ ਰਹਿੰਦਾ ਹੈ ਉਸ ਦੇ ਨਿਵਾਸ ਸਥਾਨ ਨੂੰ ਬਿਲਕੁਲ ਡਿਸਟਰਬ ਨਾ ਕੀਤਾ ਜਾਏ, ਬਲਕਿ ਉਹਦੇ ਨਿਵਾਸ ਸਥਾਨ 'ਤੇ ਉਸ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਤਾਂ ਕਿ ਉਹ ਵੱਧ ਤੋਂ ਵੱਧ ਆਪਣੀ ਰਿਪਰੋਡਕਸ਼ਨ ਕਰ ਸਕੇ, ਆਪਣੀਆਂ ਜਾਤੀਆਂ ਹੋਰ ਪੈਦਾ ਕਰ ਸਕੇ। ਇਹਨੂੰ ਅਸੀਂ ਕਹਿੰਦੇ ਹਾਂ ਇਨ ਸਿਟੂ ਕੰਜ਼ਰਵੇਸ਼ਨ। ਜੰਗਲਾਂ ਵਿੱਚ ਕੋਈ ਜੰਤੂ ਰਹਿ ਰਿਹਾ, ਉੱਥੇ ਜੰਗਲਾਂ ਦੀ ਪ੍ਰੋਟੈਕਸ਼ਨ ਕਰੋ। ਪਾਣੀ ਦੇ ਵਿੱਚ ਕੋਈ ਹੈ ਜੰਤੂ ਜਿਹਦੀ ਰਿਪਰੋਡਕਸ਼ਨ ਜਿਹੜਾ ਹੈ, ਜਿਹਦੀ ਜਾਤੀਆਂ ਅਲੋਪ ਹੋ ਰਹੀਆਂ, ਤਾਂ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਵਾਇਰਮੈਂਟ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਰਿਪਰੋਡਕਸ਼ਨ ਵੱਧ ਜਾਏ। ਹੁਣ ਇਹਦੇ ਵਿੱਚ ਅਸੀਂ ਕਿਹੜੀਆਂ ਕੈਟਾਗਰੀ ਲੈ ਲਾਂਗੇ। ਜਿਹੜੇ ਨਿਵਾਸ ਸਥਾਨ ਨੂੰ ਅਸੀਂ ਪ੍ਰੋਟੈਕਸ਼ਨ ਦੇਣੀ ਹੈ ਉਹਦੇ ਵਿੱਚ ਰੱਖਾਂ ਆ ਜਾਣਗੀਆਂ, ਪ੍ਰੋਟੈਕਟਿਡ ਏਰੀਆਜ਼ ਹੈ, ਨੈਸ਼ਨਲ ਪਾਰਕ ਆ ਜਾਣਗੇ, ਜੰਗਲੀ ਜੀਵਨ ਸੈਂਚਰੀਆਂ ਆ ਜਾਣਗੀਆਂ। ਇਹਨਾਂ ਖੇਤਰਾਂ ਦੇ ਵਿੱਚ ਜੰਗਲੀ ਜੀਵਾਂ ਨੂੰ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਇਸ ਤਰ੍ਹਾਂ ਦਾ ਵਾਤਾਵਰਣ ਮੁਹੱਈਆ ਕਰਾਇਆ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ। ਚਲੋ ਆਪਾਂ ਦੇਖਦੇ ਹਾਂ ਕਿ ਜੰਗਲੀ ਰੱਖਾਂ ਕੀ ਹੁੰਦੀਆਂ ਨੇ। ਜੀਵ ਮੰਡਲ ਰੱਖਾਂ 2002 ਦੇ ਵਿੱਚ ਭਾਰਤ ਵਿੱਚ 13 ਜੀਵ ਮੰਡਲਾਂ ਰੱਖਾਂ ਸਨ ਬੇਟੇ, ਲੇਕਿਨ ਹੁਣ 2020 ਚੱਲ ਰਿਹਾ, ਹੁਣ ਤੱਕ 18 ਜੀਵ ਮੰਡਲੀ ਰੱਖਾਂ ਦਾ ਜਿਹੜੀ ਪਹਿਚਾਣ ਕੀਤੀ ਜਾ ਚੁੱਕੀ ਹੈ। ਇਹਨਾਂ ਦੇ ਵਿੱਚ ਕੀ ਹੈ ਬੇਟੇ, ਇਹਨਾਂ ਦਾ ਸਟਰਕਚਰ ਅਸੀਂ ਅਗਰ ਦੇਖੀਏ ਤਾਂ ਇਹ ਆਪਣੀ ਜੀਵ ਮੰਡਲ ਰੱਖ ਹੈ। ਇਹਦਾ ਸੈਂਟਰ ਵਾਲਾ ਏਰੀਆ ਜਿਹੜਾ, ਇਸ ਨੂੰ ਕਹਿੰਦੇ ਨੇ ਕੋਰ ਏਰੀਆ। ਇੱਥੇ ਕਿਸੇ ਕਿਸਮ ਦੀ ਕੋਈ ਮਨੁੱਖੀ ਇੰਟਰਫੇਰੈਂਸ ਨਹੀਂ ਹੋਏਗੀ, ਐਂਟਰ ਵੀ ਨਹੀਂ ਕਰ ਸਕਦਾ ਇੱਥੇ ਮਨੁੱਖ। ਸਿਰਫ ਜੰਗਲੀ ਜਾਨਵਰ ਔਰ ਜੰਗਲੀ ਪੌਦੇ ਨੇ ਜਿਹੜੇ ਉਹ ਰਹਿਣਗੇ। ਉਸ ਤੋਂ ਬਾਹਰ ਵਾਲਾ ਜਿਹੜਾ ਏਰੀਆ ਹੈ ਉਸ ਨੂੰ ਕਹਿੰਦੇ ਨੇ ਬਫਰ ਜ਼ੋਨ। ਇਹ ਜਿਹੜਾ ਲਾਈਟ ਗ੍ਰੀਨ ਏਰੀਆ ਹੈ, ਇੱਥੇ ਰਿਸਰਚ ਵਾਸਤੇ ਸਾਇੰਟਿਸਟ ਨੂੰ ਪਰਮਿਸ਼ਨ ਹੋਏਗੀ, ਉਹ ਰਿਸਰਚ ਕਰ ਸਕਦੇ ਨੇ, ਉਹ ਦੇਖ ਸਕਦੇ ਨੇ ਕਿ ਕੋਰ ਏਰੀਆ ਦੇ ਵਿੱਚ ਕਿੰਨੀਆਂ ਜਾਤੀਆਂ ਵਧੀਆਂ ਨੇ, ਕਿੰਨੇ ਪਲਾਂਟਸ ਨੇ ਜਿਹੜੇ ਨਵੇਂ ਪ੍ਰੋਡਿਊਸ ਹੋਏ ਨੇ। ਉਸ ਤੋਂ ਬਾਹਰ ਹੈ ਜਿਹੜਾ ਲਾਈਟ ਗ੍ਰੀਨ ਹੈ, ਇਹਨੂੰ ਕਹਿੰਦੇ ਨੇ ਟ੍ਰਾਂਜੀਸ਼ਨ ਜ਼ੋਨ। ਇੱਥੇ ਕੁਝ ਹੈ ਜਿਹੜੀ ਹੋ ਸਕਦੀ ਹੈ, ਕੁਝ ਖੇਤੀਬਾੜੀ ਹੋ ਸਕਦੀ ਹੈ, ਕੁਝ ਲੋਕਾਂ ਦੇ ਘਰ ਹੋ ਸਕਦੇ ਨੇ, ਲੇਕਿਨ ਉਹ ਸਟ੍ਰਿਕਟਲੀ ਉਹਨਾਂ ਨੂੰ ਇਹ ਆਰਡਰ ਨੇ ਕਿ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਬਫਰ ਜ਼ੋਨ ਜਾਂ ਕੋਰ ਜ਼ੋਨ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਨੈਸ਼ਨਲ ਪਾਰਕ, ਇਹ ਵੀ ਇੱਕ ਤਰ੍ਹਾਂ ਦੀ ਇਨ ਸਿਟੂ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਹੈ। ਸੁਰੱਖਿਅਤ ਖੇਤਰ ਨੇ ਜਿਸ ਖੇਤਰ ਦੇ ਵਿੱਚ ਖਤਰੇ ਦੀ ਕਗਾਰ 'ਤੇ ਖੜੀਆਂ ਪੌਦਿਆਂ ਅਤੇ ਜੰਤੂਆਂ ਦੀ ਸਾਂਭ ਸੰਭਾਲ ਉਹਨਾਂ ਦੇ ਕੁਦਰਤੀ ਨਿਵਾਸ ਸਥਾਨ 'ਤੇ ਕੀਤੀ ਜਾਂਦੀ ਹੈ। ਇਹ ਬੇਟੇ ਸਨੋ ਲੈਪਰਡ ਹੈ, ਬਰਫੀਲਾ ਤੇਂਦੂਆ ਹਿਮਾਲਯਨ ਨੈਸ਼ਨਲ ਪਾਰਕ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੇ ਨੇ। ਕਿਉਂ ਦੇਖਣ ਨੂੰ ਮਿਲਦੇ ਨੇ? ਕਿਉਂਕਿ ਉੱਥੇ ਨੈਸ਼ਨਲ ਪਾਰਕ ਦੇ ਵਿੱਚ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ, ਹੋਰ ਕਿਤੇ ਦੇਖਣ ਨੂੰ ਨਹੀਂ ਮਿਲਣਗੇ, ਇਹਨਾਂ ਦਾ ਪ੍ਰੋਟੈਕਟਿਡ ਏਰੀਆ। ਅਸਾਮ ਦੇ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਹੈ, ਇੱਥੇ ਇੱਕ ਸਿੰਗ ਵਾਲੇ ਗੈਂਡੇ ਨੂੰ, ਵਨ ਹੌਰਨ ਰਾਈਨੋ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਅਸਾਮ ਦੇ ਵਿੱਚ ਤੁਸੀਂ ਇਹ ਨੈਸ਼ਨਲ ਪਾਰਕ ਕਿੱਥੇ ਸਥਿਤ ਨੇ ਯਾਦ ਰੱਖਣਾ ਹੈ, ਔਰ ਉਸ ਨੈਸ਼ਨਲ ਪਾਰਕ ਦੇ ਵਿੱਚ ਕਿਹੜੇ ਜੀਵ ਜੰਤੂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਉਹ ਵੀ ਬੇਟੇ ਤੁਸੀਂ ਯਾਦ ਰੱਖਣਾ ਹੈ। ਸੁੰਦਰਬਨ ਨੈਸ਼ਨਲ ਪਾਰਕ ਵੈਸਟ ਬੰਗਾਲ ਦੇ ਵਿੱਚ ਹੈ, ਜਿੱਥੇ ਬੰਗਾਲ ਟਾਈਗਰ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਕਾਨ੍ਹਾ ਨੈਸ਼ਨਲ ਪਾਰਕ MP ਦੇ ਵਿੱਚ ਹੈ, ਇੱਥੇ ਚੀਤਿਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਠੀਕ ਹੈ, ਸੋ ਤੁਸੀਂ ਇਹ ਸਾਰੇ ਨੈਸ਼ਨਲ ਪਾਰਕ ਨੇ ਜਿਹੜੇ ਯਾਦ ਰੱਖਣੇ ਨੇ। ਡੈਜ਼ਰਟ ਨੈਸ਼ਨਲ ਪਾਰਕ,
ਇੱਥੇ ਇੰਡੀਅਨ ਬਸਟਰਡ ਪੰਛੀ ਨੂੰ, ਕਾਲੇ ਹਿਰਨ ਨੂੰ, ਨੀਲ ਗਾਏ ਨੂੰ ਜਿਹੜੀ ਹੈ ਸੁਰੱਖਿਆ ਦਿੱਤੀ ਜਾਂਦੀ ਹੈ। ਉਹਨਾਂ ਨੂੰ ਖੁੱਲ੍ਹਾ ਮਾਹੌਲ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਪ੍ਰਜਨਨ ਸ਼ਕਤੀ ਨੂੰ ਵਧਾ ਸਕਣ ਔਰ ਇਹ ਜਿਹੜੀਆਂ ਖਤਰੇ 'ਤੇ ਜਾਤੀਆਂ ਨੇ ਇਹਨਾਂ ਦਾ ਨੰਬਰ ਹੈ ਜਿਹੜਾ ਉਹ ਵੱਧ ਸਕੇ। ਡੈਜ਼ਰਟ ਨੈਸ਼ਨਲ ਪਾਰਕ ਬੇਟੇ ਰਾਜਸਥਾਨ ਦੇ ਵਿੱਚ ਹੈ। ਇਸ ਤਰ੍ਹਾਂ ਮੈਰੀਨ ਨੈਸ਼ਨਲ ਪਾਰਕ ਜਿਹੜਾ ਹੈ ਗਲਫ ਆਫ ਕੱਚ ਜਾਮਨਗਰ ਗੁਜਰਾਤ ਦੇ ਵਿੱਚ ਹੈ। ਇੱਥੇ ਤਰ੍ਹਾਂ ਤਰ੍ਹਾਂ ਦੇ ਮੂੰਗੇ ਦੀਆਂ ਚਟਾਨਾਂ ਮਿਲਦੀਆਂ ਨੇ, ਕੋਰਲ ਰੀਫਸ ਕਹਿੰਦੇ ਨੇ ਜਿਨ੍ਹਾਂ ਨੂੰ। ਰੱਖਾਂ ਸੈਂਚਰੀਜ਼, ਵਾਈਲਡ ਲਾਈਫ ਸੈਂਚਰੀਜ਼, ਇਹ ਅਜਿਹੇ ਸੁਰੱਖਿਅਤ ਸਥਾਨ ਆ ਜਿੱਥੇ ਜੰਗਲੀ ਜਾਨਵਰ ਸ਼ਿਕਾਰ ਤੋਂ ਬਚਣ ਲਈ ਪਨਾਹ ਲੈਂਦੇ ਨੇ। ਨੈਸ਼ਨਲ ਪਾਰਕ ਦੇ ਵਿੱਚ ਬੇਟੇ ਅਸੀਂ ਦੇਖਿਆ ਸੀ ਕਿਸੇ ਕਿਸਮ ਦੀ ਕੋਈ ਖੇਤੀਬਾੜੀ ਨਹੀਂ ਹੋ ਸਕਦੀ ਸੀ, ਲੇਕਿਨ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਕੁਝ ਕਿਰਿਆਵਾਂ ਹੋ ਸਕਦੀਆਂ ਨੇ, ਕੁਝ ਖੇਤੀਬਾੜੀ ਹੋ ਸਕਦੀ ਹੈ। ਉੱਥੋਂ ਖੇਤੀਬਾੜੀ ਦਾ ਕੁਝ ਲੱਕੜ ਨੇ ਜਿਹੜੀ ਉਹ ਵੀ ਇਮਾਰਤੀ ਸਮਾਨ ਵਾਸਤੇ ਵਰਤੀ ਜਾ ਸਕਦੀ ਹੈ, ਬਟ ਅਕੋਰਡਿੰਗ ਟੂ ਦਾ ਰੂਲਸ ਐਂਡ ਰੈਗੂਲੇਸ਼ਨ। ਇਹ ਕਸ਼ਮੀਰ ਦੀ ਜਿਹੜੀ ਹੈ ਇੱਕ ਵਾਈਲਡ ਲਾਈਫ ਸੈਂਚਰੀ ਦਿਖਾਈ ਹੈ, ਡਾਚਿਗਮ ਵਾਈਲਡ ਲਾਈਫ ਸੈਂਚਰੀ, ਜਿੱਥੇ ਹੁੰਗਲ ਨਾਮ ਦਾ ਇੱਕ ਹਿਰਨ ਹੈ, ਉੱਥੋਂ ਦਾ ਨੈਸ਼ਨਲ ਬਰਡ ਹੈ, ਉੱਥੇ ਉਸਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ। ਮਾਨਸ ਵਾਈਲਡ ਲਾਈਫ ਸੈਂਚਰੀ ਅਸਾਮ ਦੇ ਵਿੱਚ, ਇੱਥੇ ਪਿਗਮੀ ਹੌਗ ਜਿਹੜਾ ਹੈਗਾ ਉਹਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਔਰ ਟਾਈਗਰ ਵੀ ਇੱਥੇ ਜਿਹੜੇ ਨੇ ਉਹ ਵੀ ਸੁਰੱਖਿਅਤ ਰਹਿੰਦੇ ਨੇ। ਭਰਤਪੁਰ ਬਰਡ ਸੈਂਚਰੀ ਆਗਰਾ ਜੈਪੁਰ ਹਾਈਵੇ ਦੇ ਉੱਤੇ ਬੇਟੇ ਦੇਖਣ ਨੂੰ ਮਿਲੇਗੀ ਤੁਹਾਨੂੰ। ਇੱਥੇ ਜਲੀ ਪੰਛੀ ਨੇ ਜਿਹੜੇ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਨੇ। ਬੜੇ ਦੂਰ ਤੋਂ ਲੋਕ ਨੇ ਜਿਹੜੇ ਫੋਰਨ ਤੋਂ ਵੀ ਭਰਤਪੁਰ ਬਰਡ ਸੈਂਚਰੀ ਨੂੰ ਦੇਖਣ ਵਾਸਤੇ ਆਉਂਦੇ ਨੇ। ਦੇਖੋ ਕਿੰਨੀ ਪ੍ਰਾਊਡ ਦੀ ਗੱਲ ਹੈ ਕਿ ਇਹ ਸਾਰੇ ਜਿਹੜੇ ਐਨੀਮਲਸ ਨੇ ਇਹ ਸਾਡੇ ਇੰਡੀਆ ਦੇ ਵਿੱਚ ਨੇ। ਰਣਥੰਭੌਰ ਨੈਸ਼ਨਲ ਪਾਰਕ, ਇਹ ਵੀ ਰਾਜਸਥਾਨ ਦੇ ਵਿੱਚ, ਇੱਥੇ ਵੀ ਟਾਈਗਰਸ ਨੂੰ ਜਿਹੜੀ ਹੈ ਸੁਰੱਖਿਅਤ ਰੱਖਿਆ ਜਾਂਦਾ ਹੈ। ਗਿਰ ਵਾਈਲਡ ਲਾਈਫ ਸੈਂਚਰੀ ਗੁਜਰਾਤ ਦੇ ਵਿੱਚ ਬਹੁਤ ਪਪੂਲਰ ਹੈ। ਇੱਥੇ ਏਸ਼ੀਆਟਿਕ ਲਾਇਨਸ ਸ਼ੇਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਕਰਨਾਟਕਾ ਦੇ ਵਿੱਚ ਹੈ ਬਾਂਦੀਪੁਰ ਵਾਈਲਡ ਲਾਈਫ ਸੈਂਚਰੀ, ਇੱਥੇ ਜਿਹੜੇ ਹਾਥੀਆਂ ਨੂੰ ਸੁਰੱਖਿਅਤ ਪ੍ਰਦਾਨ ਕੀਤੀ ਜਾਂਦੀ ਹੈ। ਸੋ ਬੇਟੇ ਇਹ ਇਨ ਸਿਟੂ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਹੈ। ਇਹ ਸਾਰੇ ਤਰੀਕੇ ਨੇ ਜਿਹੜੇ ਕੁਦਰਤੀ ਤੌਰ 'ਤੇ ਕੁਦਰਤੀ ਨਿਵਾਸ ਸਥਾਨਾਂ ਦੇ ਉੱਤੇ ਉਹਨਾਂ ਜੰਤੂਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਜਿਹੜੇ ਖਤਰੇ ਦੀ ਕਗਾਰ 'ਤੇ ਨੇ। ਔਰ ਇਹ ਬਹੁਤ ਸਾਡੇ ਵਾਸਤੇ ਕੁਝ ਰਿਲੀਫ ਦੀ ਵੀ ਗੱਲ ਹੈ ਕਿ ਇਹਨਾਂ ਦੇ ਉਪਰਾਲਿਆਂ ਸਦਕਿਆ ਹੁਣ ਜਿਹੜੇ ਖਤਰੇ ਦੀ ਕਗਾਰ 'ਤੇ ਜੰਤੂ ਨੇ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ। ਸੋ ਬੇਟੇ ਅੱਜ ਦਾ ਲੈਕਚਰ ਅਸੀਂ ਇੱਥੇ ਹੀ ਕਨਕਲੂਡ ਕਰਾਂਗੇ। ਅੱਜ ਅਸੀਂ ਕੀ ਕੀਤਾ, ਜੈਵਿਕ ਵਿਭਿੰਨਤਾ ਕਿਉਂ ਘਟ ਰਹੀ ਹੈ, ਉਸ ਨੂੰ ਕਿਵੇਂ ਸੰਭਾਲਣਾ ਚਾਹੀਦਾ ਹੈ। ਦੋ ਤਰੀਕੇ ਨੇ, ਇਨ ਸਿਟੂ ਐਂਡ ਐਕਸ ਸਿਟੂ, ਮੌਕੇ 'ਤੇ ਸੰਭਾਲ ਐਂਡ ਮੌਕੇ ਤੋਂ ਪਰਾਂ ਸੰਭਾਲ।